तो हाँ जी दोस्तों, सत श्री अकाल जी। मैं रमनदीप सिंह एक बारी फिर हाजिर हाँ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ। तो ਸਵਾਗਤ ਕਰਦਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਤੋ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਮਿਡੀਵਲ ਹਿਸਟਰੀ ਜਿਹੜੀ ਹੈ, ਜਿਹਨੂੰ ਕਿ ਮੱਧਕਾਲੀਨ ਹਿਸਟਰੀ ਕਹਿ ਦਿੰਦੇ ਹੈਗੇ ਆ ਇੰਡੀਆ ਦੀ, ਸੋ ਉਸ ਦੇ 20 MCQ ਆਪਾਂ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਆਪਾਂ ਜਿਹੜੇ ਹੈਗੇ ਮਾਡਰਨ ਹਿਸਟਰੀ ਦੇ 8 ਪਾਰਟ ਜਿਹੜੇ ਉਹ ਕੰਪਲੀਟ ਕਰ ਲਿੱਤੇ ਹੈਗੇ, ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋਗੇ। ਸੋ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਮਿਡੀਵਲ ਹਿਸਟਰੀ ਦੇ ਜਿਹੜੇ ਹੈਗੇ ਨੇਗੇ ਇੰਡੀਆ ਦੇ 20 MCQ ਡਿਸਕਸ ਕਰਾਂਗੇ। ਸੋ ਇਹਦੇ ਵਿੱਚ ਵੀ ਸੇਮ ਪ੍ਰੋਸੈਸ ਰਹੂਗਾ ਕਿ ਆਪਾਂ 3000 ਕੁਐਸਚਨ ਦੇ ਕਰੀਬ ਜਿਹੜਾ ਹੈ ਉਹ ਸੀਰੀਜ਼ ਸ਼ੁਰੂ ਕਰੀ ਹੈਗੀ ਆ, ਜੋ ਕਿ ਸਾਰੀ ਦੀ ਸਾਰੀ ਤੁਹਾਨੂੰ TCS ਲੈਵਲ ਦੀ ਰਹੇਗੀ। ਸਾਰੇ ਹੀ ਐਗਜ਼ਾਮ ਦੇ ਵਿੱਚ ਹੈਲਪਫੁਲ ਰਹੇਗਾ, ਸੋ ਇਹ ਤੁਹਾਨੂੰ ਦੱਸਣ ਦੀ ਜ਼ਰੂਰਤ ਹੀ ਨਹੀਂ ਹੈ, ਕਿਉਂਕਿ ਹਰ ਇੱਕ ਐਗਜ਼ਾਮ ਦੇ ਵਿੱਚ ਇਹ ਵੱਖਰੇ ਵੱਖਰੇ ਤਰੀਕੇ ਦੇ ਨਾਲ ਕੁਐਸਚਨ ਆਉਂਦੇ ਰਹਿੰਦੇ ਹੈਗੇ। ਟੋਟਲ ਆਪਣੇ ਕੋਲੇ 3000 ਕੁਐਸਚਨ ਇਕੱਲੇ ਜਿਹੜੇ ਹੈ ਉਹ ਮੱਧਕਾਲੀਨ ਹਿਸਟਰੀ ਦੇ ਰਹਿਣਗੇ। ਓਕੇ, WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੈਗੇ ਹੋਗੇ, ਜਿੱਥੇ ਤੁਹਾਨੂੰ ਸਾਰੀਆਂ ਕਲਾਸਾਂ ਦੀ ਨੋਟੀਫਿਕੇਸ਼ਨ ਪਲੱਸ ਇਸ ਤੋਂ ਇਲਾਵਾ ਹੋਰ ਕਾਫੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਜਾਂਦੀ ਹੈਗੀ ਆ। ਡੇਲੀ ਲਾਈਵ ਕਲਾਸ ਜਿਹੜੀ ਹੈਗੀ ਉਹ ਤੁਸੀਂ 8 ਵਜੇ ਲਗਾ ਸਕਦੇ ਹੋ, ਜਿਸ ਦੇ ਵਿੱਚ ਜਿਓਗ੍ਰਾਫੀ, ਹਿਸਟਰੀ ਤੇ ਪੋਲੀਟੀਕਲ ਦੇ ਆਪਣੇ ਕੋਲੇ 3 ਸਬਜੈਕਟ ਲਾਈਵ ਰਹਿੰਦੇ ਹੈਗੇ। ਅੱਜ ਦੀ ਆਪਣੀ ਇਹ ਕਲਾਸ ਜਿਹੜੀ ਹੈਗੀ ਉਹ ਆਫਲਾਈਨ ਹੈ ਜੀ, ਕਿਉਂਕਿ ਅੱਜ ਜਿਹੜੇ ਹੈ ਥੋੜਾ ਨੈਟ ਦੀ ਪ੍ਰੋਬਲਮ ਹੈਗੀ, ਸੋ ਜਿਸ ਦੇ ਕਾਰਨ ਕਰਕੇ ਵਾਈਫਾਈ ਜਿਹੜਾ ਉਹ ਨਹੀਂ ਚੱਲ ਰਿਹਾ ਹੈਗਾ। ਸੋ ਫੋਨ ਦੇ ਉੱਪਰ ਮੈਂ ਜਿਹੜੀ ਵੀਡੀਓ ਹੈ ਅਪਲੋਡ ਕਰ ਰਿਹਾ ਹਾਂ, ਤਾਂ ਕਿ ਜਿਹੜੀ ਆਪਣੀ ਕਲਾਸ ਜਿਹੜੀ ਉਹ ਮਿਸ ਨਾ ਹੋਵੇ। ਸੋ ਇਸ ਚੀਜ਼ ਦੇ ਲਈ ਆਪਾਂ ਇਸ ਨੂੰ ਰਿਕਾਰਡਡ ਕਰਕੇ ਤੁਹਾਡੇ ਤੱਕ ਪਹੁੰਚਾ ਰਹੇ ਹੈਗੇ। ਸੋ ਲਾਈਵ ਨਹੀਂ ਹੈਗੀ, ਧਿਆਨ ਰੱਖਿਓ। ਓਕੇ, ਕੱਲ ਤੱਕ ਜਿਹੜਾ ਨੈਟ ਉਹ ਚੱਲ ਪੈਣਾ ਹੈਗਾ। ਸੋ ਕੱਲ ਆਪਣੀ ਜਿਹੜੀ ਪੋਲੀਟੀਕਲ ਸਾਇੰਸ ਦੀ ਕਲਾਸ ਰਹੇਗੀ ਉਹ ਲਾਈਵ ਹੀ ਰਹੇਗੀ, ਔਰ ਅੱਜ ਦੀ ਤੁਸੀਂ ਕਲਾਸ ਨੂੰ ਜਿਹੜਾ ਐਡਜਸਟ ਕਰ ਲਿਓ ਆਫਲਾਈਨ ਦੇ ਵਿੱਚ ਹੀ। ਫਸਟ ਕੁਐਸਚਨ ਹੈ ਜੀ ਅੱਜ ਦਾ ਆਪਣਾ, ਡੈਸ਼ ਨੇ ਅਰਬ ਸਾਗਰ ਦੇ ਨਾਲ ਕਾਠੀਆਵਾੜ ਦੇ ਦੱਖਣੀ ਤੱਟ ਦੇ ਉੱਤੇ ਹਮਲਾ ਕੀਤਾ, ਜਿੱਥੇ ਉਸਨੇ 1026 ਦੇ ਵਿੱਚ ਸੋਮਨਾਥ ਸ਼ਹਿਰ ਤੇ ਇਸ ਦੇ ਪ੍ਰਸਿੱਧ ਹਿੰਦੂ ਮੰਦਰਾਂ ਨੂੰ ਜਿਹੜਾ ਹੈ ਤਬਾਹ ਕਰ ਦਿੱਤਾ। ਫਿਰੋਜ਼ ਸ਼ਾਹ ਤੁਗਲਕ ਨੇ, ਗਜ਼ਨਵੀ ਦਾ ਮਹਿਮੂਦ ਸੀਗਾ, ਜਾਂ ਅਹਿਮਦ ਸ਼ਾਹ ਤੁਗਲਕ ਸੀਗਾ, ਤੇ ਜਾਂ ਫਿਰ ਮੁਹੰਮਦ ਗੌਰੀ ਸੀਗਾ। ਮਿਡੀਵਲ ਹਿਸਟਰੀ ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਚੀਜ਼ਾਂ ਆ ਜਾਂਦੀਆਂ ਜੋ ਕਿ ਆਪਾਂ ਥਿਊਰੀ ਦੇ ਵਿੱਚ ਡਿਸਕਸ ਕੀਤੀਆਂ ਵੀ ਹੋਈਆਂ ਨੇ, ਅਤੇ ਬਾਕੀ ਦੇ ਜਿਹੜੀਆਂ ਕਲਾਸਾਂ ਨੇ ਉਹ ਵੀ ਤੁਹਾਨੂੰ ਮੰਡੇ ਤੋਂ ਜਿਹੜੀਆਂ ਰੈਗੂਲਰ ਜਿਹੜੀਆਂ ਮੈਂ ਪ੍ਰੋਵਾਈਡ ਕਰਨੀਆਂ ਸ਼ੁਰੂ ਕਰ ਦੇਵਾਂਗਾ। ਐਪ ਦੇ ਉੱਪਰ ਤੁਸੀਂ ਥਿਊਰੀ ਕਲਾਸਾਂ ਜਿਹੜੀਆਂ ਉਹ ਦੇਖ ਸਕੋਗੇ। ਓਕੇ, ਸੋ ਇਸ ਦੇ ਵਿੱਚ ਬਣਦਾ ਹੈ ਜੀ ਆਨਸਰ ਆਪਣਾ ਗਜ਼ਨੀ ਦਾ ਮਹਿਮੂਦ, ਠੀਕ ਹੈ, ਯਾਨੀ ਕਿ ਮਹਿਮੂਦ ਗਜ਼ਨਵੀ ਜਿਹਨੂੰ ਆਪਾਂ ਵੈਸੇ ਕਹਿ ਦਿੰਦੇ ਹੈਗੇ ਆ। ਸੋ ਇਸ ਨੇ ਜਿਹੜਾ ਹੈਗਾ 1026 ਦੇ ਵਿੱਚ ਜਿਹੜਾ ਹੈ ਸੋਮਨਾਥ ਸ਼ਹਿਰ ਦੇ ਉੱਪਰ ਜਿਹੜਾ ਹੈ ਉਹ ਹਮਲਾ ਕੀਤਾ ਸੀਗਾ, ਅਤੇ ਇਹ ਸੋਮਨਾਥ ਦਾ ਮੰਦਿਰ ਸੀਗਾ ਜਿਹੜਾ ਜੀ ਇੱਕ ਪ੍ਰਸਿੱਧ ਮੰਦਿਰ ਸੀਗਾ ਹਿੰਦੂਆਂ ਦਾ। ਧਿਆਨ ਨਾਲ ਜੀ, ਇਹ ਕੁਐਸਚਨ ਹੈ SSC 2019 ਦਾ, ਉਸ ਦੇ ਵਿੱਚ ਡੇਟ 1026 ਲਿਖੀ ਹੋਈ ਹੈਗੀ। ਤੁਹਾਡੀਆਂ ਕਈ ਸਾਰੀਆਂ ਬੁੱਕਸ ਦੇ ਵਿੱਚ ਜਿਹੜਾ ਹੈ 1025 ਡੇਟ ਵੀ ਜਿਹੜੀ ਹੈ ਉਹ ਇਸ ਦੀ ਦੇਖਣ ਨੂੰ ਮਿਲਦੀ ਹੈਗੀ। ਸੋ ਇਸ ਕਰਕੇ ਕਨਫਿਊਜ਼ ਨਾ ਹੋਵੇ। ਸੋ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਕਨਫਲਿਕਟ ਚੱਲ ਰਿਹਾ ਹੈ, ਤਾਂ 1026 ਜਿਹੜੀ ਆ ਉਹ ਇਸ ਦੀ ਪ੍ਰਮਾਣਿਤ ਡੇਟ ਮੰਨੀ ਜਾਂਦੀ ਹੈ TCS ਦੇ ਅਕੋਰਡਿੰਗ। ਇਸ ਕਰਕੇ ਸੋਮਨਾਥ ਸ਼ਹਿਰ ਦੇ ਉੱਪਰ ਜਿਹੜਾ ਹੈ ਮਹਿਮੂਦ ਗਜ਼ਨਵੀ ਨੇ ਸਾਲ 1026 ਦੇ ਵਿੱਚ ਹਮਲਾ ਕੀਤਾ ਸੀਗਾ। ਓਕੇ, ਸੋ ਮਹਿਮੂਦ ਗਜ਼ਨਵੀ ਜਿਹੜਾ ਹੈਗਾ ਇਹ 997 ਤੋਂ ਲੈ ਕੇ 1030 ਈਸਵੀ ਤੱਕ ਜਿਹੜਾ ਹੈਗਾ ਗਜਨੀ ਦਾ ਸ਼ਾਸਕ ਰਿਹਾ ਸੀਗਾ, ਅਤੇ ਇਹਦਾ ਅਸਲ ਨਾਮ ਜਿਹੜਾ ਸੀਗਾ ਜੀ ਉਹ ਯਾਮੀਨ ਉਦ ਦਵਾਲਾ ਅਬੁਲ ਕਾਸਮ, ਇਹਦਾ ਪੂਰਾ ਨਾਮ ਹੈਗਾ। ਬਹੁਤ ਵਾਰ ਇਸ ਦਾ ਪੂਰਾ ਨਾਮ ਪੁੱਛ ਲੈਂਦੇ ਹੁੰਦੇ ਹੈਗੇ, ਜਾਂ ਫਿਰ ਇਹਨੂੰ ਅਬੁਲ ਕਾਸਮ ਮਹਿਮੂਦ ਦੇ ਨਾਮ ਨਾਲ ਵੀ ਜਾਣਦੇ ਹੈਗੇ ਨੇ। ਇਹ ਇੱਕ ਕਹਿ ਸਕਦੇ ਇਸ ਤਰ੍ਹਾਂ ਦਾ ਸ਼ਾਸਕ ਸੀ ਜਿਹਨੇ ਭਾਰਤ ਦੇ ਉੱਪਰ ਸਭ ਤੋਂ ਅਧਿਕ ਵਾਰ ਜਿਹੜਾ ਹੈ ਹਮਲਾ ਕੀਤਾ ਹੈ। ਕੁੱਲ ਇਸ ਦੇ ਜਿਹੜੇ ਹੈਗੇ 17 ਹਮਲੇ ਰਹੇ ਗਿਆ, ਜੋ ਕਿ 1000 ਤੋਂ ਸ਼ੁਰੂ ਹੁੰਦੇ ਹੈਗੇ ਤੇ 1026 ਈਸਵੀ ਤੱਕ ਚੱਲਦੇ ਹੈਗੇ ਨੇਗੇ। ਜਿਹੜਾ ਇਹਨਾਂ ਦਾ ਪਹਿਲਾ ਹਮਲਾ ਹੈ 1000 ਦੇ ਵਿੱਚ, ਉਹਨੂੰ ਕਈ ਵਾਰ ਜਿਹੜਾ ਹੈ ਪ੍ਰਮਾਣਿਤ ਨਹੀਂ ਮੰਨਿਆ ਜਾਂਦਾ, ਕਿਉਂਕਿ ਛੋਟਾ ਹਮਲਾ ਹੈ। ਇਸ ਕਰਕੇ ਕਈ ਜਗ੍ਹਾ ਦੇ ਉੱਪਰ ਤੁਹਾਨੂੰ ਜਾਂ ਕਈ ਬੁੱਕਸ ਦੇ ਵਿੱਚ ਇਹ ਹਮਲਾ 1001 ਤੋਂ ਹੁੰਦਾ ਹੋਇਆ ਵੀ ਸ਼ੁਰੂ ਦਿਖਾਈ ਦੇਵੇਗਾ, ਬਟ ਮੈਂ ਇਹ ਥਿਊਰੀ ਦੀ ਬੁੱਕ ਦੇ ਅਕੋਰਡਿੰਗ ਤੁਹਾਨੂੰ ਕਰਾ ਰਿਹਾ ਹਾਂ, AC ਅਰੋੜਾ ਦੀ ਅਕੋਰਡਿੰਗ। ਸੋ ਇਸ ਕਰਕੇ ਇਹ ਉੱਥੇ 17 ਹਮਲੇ ਜਿਹੜੇ ਹੈਗੇ ਨੇ 1000 ਤੋਂ ਸ਼ੁਰੂ ਕਰਕੇ 1026 ਤੱਕ ਇਹ ਹਮਲੇ ਚੱਲਦੇ ਹੈਗੇ ਨੇਗੇ। ਓਕੇ, ਵੱਖਰੀਆਂ ਬੁੱਕਸ ਦੇ ਵਿੱਚ ਵੱਖਰੀ ਡੇਟਸ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ। ਇਹਦਾ ਪਹਿਲਾ ਹਮਲਾ ਜਿਹੜਾ ਹੈ ਉਹ 1000 ਈਸਵੀ ਦੇ ਵਿੱਚ ਹੋਇਆ ਸੀਗਾ, ਜੋ ਕਿ ਸੀਮਾਂਤ ਕਿਲੇ ਦੇ ਉੱਪਰ ਕੀਤਾ ਗਿਆ ਸੀਗਾ, ਬਟ ਇਹ ਜ਼ਿਆਦਾ ਪ੍ਰਮਾਣਿਤ ਜਿਹੜਾ ਹੈ ਉਹ ਨਹੀਂ ਮੰਨਿਆ ਜਾਂਦਾ। ਇਸ ਤੋਂ ਇਲਾਵਾ ਇਹਦਾ ਦੂਜਾ ਹਮਲਾ ਜੋ ਕਿ 1001 ਈਸਵੀ ਦੇ ਵਿੱਚ ਭੀਮ ਰਾਏ ਦੂਜੇ ਦੇ ਵਿਰੁੱਧ ਕੀਤਾ ਗਿਆ ਸੀਗਾ, ਉਹ ਕਾਫੀ ਜ਼ਿਆਦਾ ਪ੍ਰਮਾਣਿਤ ਜਿਹੜਾ ਹੈ ਉਹ ਮੰਨਿਆ ਜਾਂਦਾ ਹੈਗਾ।
ਸਭ ਤੋਂ ਇੰਪੋਰਟੈਂਟ ਹਮਲਾ ਹੈ ਇਹਦਾ 16ਵਾਂ ਹਮਲਾ। 16ਵਾਂ ਹਮਲਾ ਜਿਹੜਾ ਹੈਗਾ ਗਾ 1025 ਈਸਵੀ ਦੇ ਵਿੱਚ ਹੋਇਆ ਸੀਗਾ, ਜੋ ਕਿ ਸੋਮਨਾਥ ਮੰਦਿਰ ਦੇ ਉੱਪਰ ਕੀਤਾ ਗਿਆ ਸੀਗਾ। ਤੇ ਸੋਮਨਾਥ ਦਾ ਮੰਦਿਰ ਜਿਹੜਾ ਹੈ ਇਹ ਗੁਜਰਾਤ ਦੇ ਵਿੱਚ ਸਥਿਤ ਹੈ। ਸੋ ਇਸ ਸੋਮਨਾਥ ਦੇ ਮੰਦਿਰ ਤੋਂ ਜਿਹੜਾ ਹੈ ਇਸਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਹੈਗਾ ਗਾ ਹੀਰੇ ਜਵਾਹਰਤ, ਸੋਨਾ ਅਤੇ ਹੋਰ ਕਾਫੀ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈ ਲੁੱਟ ਕੇ ਆਪਣੇ ਗਜਨੀ ਦੇ ਵਿੱਚ ਲੈ ਗਿਆ ਸੀਗਾ। ਅਤੇ ਇਸ ਤੋਂ ਇਲਾਵਾ ਇਸ ਮੰਦਿਰ ਦੇ ਵਿੱਚ ਜਿਹੜੀਆਂ ਮੂਰਤੀਆਂ ਲੱਗੀਆਂ ਹੋਈਆਂ ਸੀਗੀਆਂ ਦੇਵੀ ਦੇਵਤਿਆਂ ਦੀਆਂ, ਉਹਨਾਂ ਸਾਰਿਆਂ ਨੂੰ ਤੋੜ ਕੇ ਜਿਹੜਾ ਹੈ ਉਸਨੇ ਆਪਣੇ ਸ਼ਹਿਰ ਦੀ ਜਾਮਾ ਮਸਜਿਦ ਦੇ ਵਿੱਚ ਜਾਂ ਉਸ ਦੀਆਂ ਪੌੜੀਆਂ ਦੇ ਵਿੱਚ ਉਸ ਸਾਰੀਆਂ ਮੂਰਤੀਆਂ ਨੂੰ ਜਿਹੜਾ ਹੈ ਤੋੜ ਕੇ ਜਿਹੜਾ ਹੈ ਲਗਾ ਦਿੱਤਾ ਸੀਗਾ, ਤਾਂ ਕਿ ਜਿਹੜੇ ਮੁਸਲਮਾਨ ਕਮਿਊਨਿਟੀ ਹੈਗੀ ਉਹ ਉਹਨਾਂ ਮੂਰਤੀਆਂ ਦੇ ਉੱਪਰ ਦੀ ਪੈਰ ਰੱਖ ਕੇ ਜਿਹੜਾ ਹੈ ਜਾ ਸਕਣ, ਤਾਂ ਕਿ ਉਹ ਇਹ ਪ੍ਰੂਫ ਕਰ ਸਕੇ ਕਿ ਤੁਹਾਡੀਆਂ ਜਿਹੜੀਆਂ ਮੂਰਤੀਆਂ ਨੇ ਇਹ ਕੁਝ ਨਹੀਂ ਕਰ ਸਕਦੀਆਂ ਹੈਗੀਆਂ, ਜੋ ਕੁਝ ਕਰ ਸਕਦੇ ਹੋ ਤੁਸੀਂ ਹੀ ਕਰ ਸਕਦੇ ਹੈਗੇ ਹੋ। ਓਕੇ, ਨੈਕਸਟ ਹੈ ਜੀ ਸੈਕੰਡ ਨੰਬਰ, ਮੁਹੰਮਦ ਗੌਰੀ ਨੇ 1191 ਦੇ ਵਿੱਚ ਡੈਸ਼ ਸ਼ਾਸਕ ਦੇ ਦੁਆਰਾ ਹਰਾਇਆ ਗਿਆ ਸੀਗਾ। ਮੁਹੰਮਦ ਗੌਰੀ ਨੂੰ 1191 ਦੇ ਵਿੱਚ ਡੈਸ਼ ਸ਼ਾਸਕ ਦੇ ਦੁਆਰਾ ਹਰਾਇਆ ਗਿਆ ਸੀ ਜੀ। ਚੌਹਾਨ ਸ਼ਾਸਕ ਦੇ ਦੁਆਰਾ, ਚਾਲੁਕਿਆ ਸ਼ਾਸਕ ਦੇ ਦੁਆਰਾ, ਗੜਵਾਲ ਸ਼ਾਸਕ ਦੇ ਦੁਆਰਾ ਜਾਂ ਮੌਰੀਆ ਸ਼ਾਸਕ ਦੇ ਦੁਆਰਾ। ਸੋ ਮੁਹੰਮਦ ਗੌਰੀ ਨੇ ਭਾਰਤ ਦੇ ਉੱਪਰ ਸਾਲ 1191 ਦੇ ਵਿੱਚ ਹਮਲਾ ਕੀਤਾ ਸੀਗਾ, ਤੇ ਇਸ ਹਮਲੇ ਦੇ ਵਿੱਚ ਮੁਹੰਮਦ ਗੌਰੀ ਦੀ ਹਾਰ ਹੁੰਦੀ ਹੈਗੀ ਅਤੇ ਹਰਾਉਣ ਵਾਲਾ ਸ਼ਾਸਕ ਸੀਗਾ ਜੀ ਉਸ ਸਮੇਂ ਦਾ ਭਾਰਤ ਦਾ ਪ੍ਰਸਿੱਧ ਸ਼ਾਸਕ ਚੌਹਾਨ, ਜਿਸ ਦਾ ਨਾਮ ਸੀਗਾ ਜੀ ਪ੍ਰਿਥਵੀ ਰਾਜ ਚੌਹਾਨ। ਠੀਕ ਹੈ, ਸੋ ਇਹ ਇਸ ਸਮੇਂ ਦਾ ਜਿਹੜਾ ਸ਼ਾਸਕ ਸੀਗਾ ਜੀ, ਜੋ ਕਿ ਇਸ ਸਮੇਂ ਦੇ ਉੱਪਰ ਸ਼ਾਸਨ ਕਰ ਰਿਹਾ ਸੀ ਭਾਰਤ ਦੇ ਉੱਪਰ। ਮੁਹੰਮਦ ਗੌਰੀ ਜਿਹੜਾ ਹੈ ਜੀ, ਇਹਦਾ ਪੂਰਾ ਨਾਮ ਜਿਹੜਾ ਹੈ ਉਹ ਸ਼ਹਾਬ ਉਦੀਨ ਮੁਹੰਮਦ ਗੌਰੀ ਹੈ। ਇਹਨਾਂ ਦੇ ਪੂਰੇ ਨਾਮ ਕਾਫੀ ਵਾਰ ਐਗਜ਼ਾਮ ਦੇ ਵਿੱਚ ਆਉਂਦੇ ਹੈਗੇ ਆ। ਮੁਹੰਮਦ ਗੌਰੀ ਦਾ ਪੂਰਾ ਨਾਮ ਹੈ ਸ਼ਹਾਬ ਉਦੀਨ ਮੁਹੰਮਦ ਗੌਰੀ। ਇਸ ਨੂੰ ਗੌਰੀ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਇਸ ਦੇ ਸਮਰਾਜ ਦੀ ਜਿਹੜੀ ਰਾਜਧਾਨੀ ਹੈ ਉਹ ਗੌਰ ਸੀ, ਜਿਸ ਦਾ ਆਧਾਰ ਦੇ ਉੱਪਰ ਇਸ ਨੂੰ ਗੌਰੀ ਸ਼ਬਦ ਦੇ ਨਾਮ ਨਾਲ ਵੀ ਆਪਾਂ ਜਾਣਦੇ ਹੈਗੇ। ਇਸ ਨੇ ਜਿਹੜਾ ਹੈ ਭਾਰਤ ਦੇ ਉੱਪਰ ਆਪਣਾ ਪਹਿਲਾ ਹਮਲਾ ਜਿਹੜਾ ਹੈ ਉਹ 1175 ਦੇ ਵਿੱਚ ਕੀਤਾ ਸੀ, ਜੋ ਕਿ ਮਲਤਾਨ ਦੇ ਉੱਪਰ ਸੀਗਾ। ਮੁਹੰਮਦ ਗੌਰੀ ਦੀਆਂ ਕੁਝ ਪ੍ਰਮੁੱਖ ਲੜਾਈਆਂ ਜਿਹੜੀਆਂ ਕਿ ਐਗਜ਼ਾਮ ਦੇ ਪੱਖ ਤੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲੀ ਹੈ ਜੀ ਤਰਾਇਨ ਦੀ ਪਹਿਲੀ ਲੜਾਈ, ਜਿਹੜੀ ਕਿ 1191 ਦੇ ਵਿੱਚ ਹੋਈ ਸੀ, ਜੋ ਕਿ ਮੁਹੰਮਦ ਗੌਰੀ ਅਤੇ ਪ੍ਰਿਥਵੀ ਰਾਜ ਚੌਹਾਨ ਦੇ ਵਿਚਕਾਰ ਹੋਈ ਸੀਗੀ, ਜਿਸ ਦੇ ਵਿੱਚ ਭਾਰਤ ਦਾ ਸ਼ਾਸਕ ਪ੍ਰਿਥਵੀ ਰਾਜ ਚੌਹਾਨ ਜਿਹੜਾ ਹੈ ਉਹ ਜੇਤੂ ਰਹਿੰਦਾ ਹੈ। ਤਰਾਇਨ ਦੀ ਦੂਸਰੀ ਲੜਾਈ ਜਿਹੜੀ ਹੈ ਉਹ 1191 ਦੇ ਵਿੱਚ ਹੋਈ ਸੀ, ਜੋ ਕਿ ਮੁਹੰਮਦ ਗੌਰੀ ਅਤੇ ਪ੍ਰਿਥਵੀ ਰਾਜ ਚੌਹਾਨ ਦੇ ਵਿਚਕਾਰ ਹੀ ਹੋਈ ਸੀਗੀ। ਇਸ ਲੜਾਈ ਦੇ ਵਿੱਚ ਮੁਹੰਮਦ ਗੌਰੀ ਜਿਹੜਾ ਹੈ ਉਹ ਜੇਤੂ ਰਹਿੰਦਾ ਹੈਗਾ ਅਤੇ ਪ੍ਰਿਥਵੀ ਰਾਜ ਚੌਹਾਨ ਨੂੰ ਜਿਹੜਾ ਹੈ ਮਾਰ ਦਿੱਤਾ ਜਾਂਦਾ ਹੈ ਇਸ ਲੜਾਈ ਦੇ ਵਿੱਚ। ਤੀਸਰੀ ਪ੍ਰਮੁੱਖ ਲੜਾਈ ਹੈਗੀ ਹੈ ਮੁਹੰਮਦ ਗੌਰੀ ਦੀ ਚੰਦਵਾੜ ਦੀ ਲੜਾਈ, ਜਿਹਨੂੰ ਕਨੌਜ ਦੀ ਲੜਾਈ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ 1194 ਦੇ ਵਿੱਚ ਹੋਈ ਸੀਗੀ, ਮੁਹੰਮਦ ਗੌਰੀ ਅਤੇ ਜੈ ਚੰਦ ਰਾਜੇ ਦੇ ਵਿਚਕਾਰ। ਇਸ ਲੜਾਈ ਦੇ ਵਿੱਚ ਵੀ ਮੁਹੰਮਦ ਗੌਰੀ ਜਿਹੜਾ ਹੈ ਉਹ ਜੇਤੂ ਰਹਿੰਦਾ ਹੈਗਾ। ਇਹ ਤਿੰਨ ਪ੍ਰਮੁੱਖ ਲੜਾਈਆਂ ਨੇਗੀਆਂ ਜੋ ਕਿ ਐਗਜ਼ਾਮ ਦੇ ਪੱਖ ਤੋਂ ਕਾਫੀ ਜ਼ਿਆਦਾ ਇੰਪੋਰਟੈਂਟ ਹੈਗੀਆਂ ਨੇ। ਨੈਕਸਟ ਹੈ ਜੀ ਅਗਲਾ ਕੁਐਸਚਨ ਤੀਸਰਾ, ਪ੍ਰਿਥਵੀ ਰਾਜ ਚੌਹਾਨ ਨੇ ਮੁਹੰਮਦ ਗੌਰੀ ਨੂੰ ਸਾਲ ਡੈਸ਼ ਦੇ ਵਿੱਚ ਇੱਕ ਲੜਾਈ ਦੇ ਵਿੱਚ ਹਰਾਇਆ, ਪਰ ਅਗਲੇ ਸਾਲ ਉਹ ਉਸ ਤੋਂ ਹਾਰ ਗਿਆ ਸੀਗਾ। 1176 ਦੇ ਵਿੱਚ, 1193 ਦੇ ਵਿੱਚ, 1191 ਦੇ ਵਿੱਚ ਜਾਂ 1156 ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਨੇ ਮੁਹੰਮਦ ਗੌਰੀ ਨੂੰ ਡੈਸ਼ ਸਾਲ ਇੱਕ ਲੜਾਈ ਦੇ ਵਿੱਚ ਹਰਾਇਆ ਸੀਗਾ। ਕਿਹੜੀ ਲੜਾਈ ਦੇ ਵਿੱਚ ਹਾਰ ਗਿਆ ਸੀਗਾ ਮੁਹੰਮਦ ਗੌਰੀ? ਸੋ ਇਹ ਲੜਾਈ ਸੀਗੀ 1191 ਦੀ, ਜੋ ਕਿ ਤਰਾਇਨ ਦੀ ਪਹਿਲੀ ਲੜਾਈ ਸੀਗੀ। ਲਾਸਟ ਆਪਾਂ ਦੱਸਿਆ ਹੈ। ਸੋ ਤਰਾਇਨ ਦੀ ਪਹਿਲੀ ਲੜਾਈ ਸੀਗੀ, ਜਿਸ ਦੇ ਵਿੱਚ ਜਿਹੜਾ ਹੈ ਮੁਹੰਮਦ ਗੌਰੀ ਹਾਰ ਜਾਂਦਾ ਹੈਗਾ ਅਤੇ ਪ੍ਰਿਥਵੀ ਰਾਜ ਚੌਹਾਨ ਜਿਹੜਾ ਹੈ ਉਸ ਸਮੇਂ ਭਾਰਤ ਦਾ ਸ਼ਾਸਕ ਸੀ, ਉਸ ਦੀ ਜਿਹੜੀ ਹੈ ਜਿੱਤ ਹੁੰਦੀ ਹੈਗੀ ਆ। ਪਰ ਅਗਲੇ ਹੀ ਸਾਲ ਜਾਣੀ ਕਿ 1192 ਦੇ ਵਿੱਚ ਤਰਾਇਨ ਦੀ ਦੂਸਰੀ ਲੜਾਈ ਦੇ ਵਿੱਚ ਮੁਹੰਮਦ ਗੌਰੀ ਜੇਤੂ ਰਹਿੰਦਾ ਹੈ ਤੇ ਪ੍ਰਿਥਵੀ ਰਾਜ ਚੌਹਾਨ ਜਿਹੜਾ ਹੈ ਉਹ ਮਾਰਿਆ ਜਾਂਦਾ ਹੈਗਾ। ਓਕੇ, ਸੋ ਇਹ ਤੁਸੀਂ ਦੇਖ ਸਕਦੇ ਹੋ 1191 ਦੇ ਵਿੱਚ ਪਹਿਲੀ ਲੜਾਈ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਨੂੰ ਜਿਹੜਾ ਹੈਗਾ ਪ੍ਰਿਥਵੀ ਰਾਜ ਚੌਹਾਨ ਨੇ ਹਰਾਇਆ ਸੀਗਾ। ਠੀਕ ਹੈ, ਮੁਹੰਮਦ ਗੌਰੀ ਨੂੰ। ਅਤੇ ਮੁਹੰਮਦ ਗੌਰੀ ਨੇ ਤਰਾਇਨ ਦੀ ਦੂਜੀ ਲੜਾਈ ਦੇ ਵਿੱਚ 1192 ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਨੂੰ ਜਿਹੜਾ ਹੈਗਾ ਹਰਾ ਕੇ ਜਿਹੜਾ ਹੈ ਉਸ ਨੂੰ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਉਹਦਾ ਜਿਹੜਾ ਭਾਰਤ ਦੇ ਉੱਪਰ ਅਧਿਕਾਰ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਨੈਕਸਟ ਹੈ ਜੀ 4 ਨੰਬਰ ਕੁਐਸਚਨ, ਡੈਸ਼ ਸਾਲ 1000 ਈਸਵੀ ਦੇ ਵਿੱਚ ਮਹਿਮੂਦ ਗਜ਼ਨਵੀ ਨੇ ਆਪਣੇ ਪਹਿਲੇ ਹਮਲੇ ਦੇ ਵਿੱਚ ਹੇਠ ਲਿਖੇ ਭਾਰਤੀ ਸ਼ਾਸਕਾਂ ਦੇ ਵਿੱਚੋਂ ਕਿਸ ਨੂੰ ਹਰਾਇਆ ਸੀ? ਚੰਦਰਪਾਲ ਨੂੰ ਹਰਾਇਆ ਸੀ, ਆਨੰਦਪਾਲ ਨੂੰ ਹਰਾਇਆ ਸੀ, ਜੈਪਾਲ ਨੂੰ ਹਰਾਇਆ ਸੀ ਜਾਂ ਸੁਖਪਾਲ ਨੂੰ ਹਰਾਇਆ ਸੀਗਾ? ਸੋ 1000 ਈਸਵੀ ਦੇ ਵਿੱਚ ਮਹਿਮੂਦ ਗਜ਼ਨਵੀ ਨੇ ਜਦੋਂ ਪਹਿਲੀ ਵਾਰ ਭਾਰਤ ਦੇ ਉੱਪਰ ਹਮਲਾ ਕੀਤਾ ਸੀਗਾ ਤਾਂ ਉਸ ਸਮੇਂ ਉਸਨੇ ਭਾਰਤ ਦੇ ਇੱਕ ਸ਼ਾਸਕ ਜਿਸ ਦਾ ਨਾਮ ਸੀਗਾ ਜੈਪਾਲ। ਠੀਕ ਹੈ, ਇਹਨੂੰ ਜੈਪਾਲ ਵੀ ਲਿਖ ਸਕਦੇ ਹੈਗੇ ਹੋਗੇ ਇਸ ਤਰੀਕੇ ਦੇ ਨਾਲ, ਔਰ ਇਸ ਤੋਂ ਇਲਾਵਾ ਜੈ ਜਈਏ ਨਾਲ ਵੀ ਲਿਖ ਸਕਦੇ ਹੈਗੇ, ਮਤਲਬ ਇੱਕੋ ਚੀਜ਼ ਹੈਗੀ। ਸੋ 1000 ਈਸਵੀ ਦੇ ਵਿੱਚ ਮਹਿਮੂਦ ਗਜ਼ਨਵੀ ਨੇ ਜਦੋਂ ਭਾਰਤ ਦੇ ਉੱਪਰ ਪਹਿਲੀ ਵਾਰ ਹਮਲਾ ਕੀਤਾ ਸੀਗਾ ਤਾਂ ਉਸ ਸਮੇਂ ਉਸਨੇ ਜੈਪਾਲ ਨਾਮ ਦੇ ਜਿਹੜਾ ਸ਼ਾਸਕ ਹੈ ਉਸ ਨੂੰ ਹਰਾ ਕੇ ਆਪਣੇ ਅੰਡਰ ਜਿਹੜਾ ਹੈ ਖੇਤਰ ਕੀਤਾ ਸੀਗਾ।
ਜੈਪਾਲ। ਸੋ ਜੈਪਾਲ ਜਿਹੜਾ ਹੈ ਇਹ ਸ਼ਾਸਕ ਦੇ ਤੌਰ ਦੇ ਉੱਪਰ ਰਿਹਾ ਸੀਗਾ ਜੀ 964 ਤੋਂ ਲੈ ਕੇ 1001 ਈਸਵੀ ਤੱਕ। ਇਹ ਹਿੰਦੂ ਸ਼ਾਹੀ ਦਾ ਇੱਕ ਖਾਨਦਾਨੀ ਸ਼ਾਸਕ ਸੀਗਾ ਜੀ, ਯਾਨੀ ਕਿ ਹਿੰਦੂ ਪਰਿਵਾਰ ਦੇ ਨਾਲ ਰਿਲੇਟਡ ਲੱਗਦਾ ਸੀਗਾ। ਅਤੇ ਇਹਦਾ ਜਿਹੜਾ ਵਿਸਤਾਰ ਰਿਹਾ ਸੀ ਉਹ ਪੱਛਮ ਦੇ ਵਿੱਚ ਲਗਮਾਨ ਤੋਂ ਲੈ ਕੇ ਪੂਰਬ ਦੇ ਵਿੱਚ ਕਸ਼ਮੀਰ ਤੱਕ ਸੀਗਾ, ਅਤੇ ਨਾਲ ਹੀ ਸਰਹੰਦ ਤੋਂ ਮਲਤਾਨ ਤੱਕ ਦਾ ਖੇਤਰ ਜਿਹੜਾ ਹੈ ਉਹ ਇਸ ਦੇ ਅੰਡਰ ਆਉਂਦਾ ਸੀਗਾ। ਜੈਪਾਲ ਜਿਹੜਾ ਹੈ ਇਹ ਹਤਪਾਲ ਦਾ ਪੁੱਤਰ ਸੀਗਾ, ਸ਼ਾਸਕ ਸੀਗਾ ਜੀ ਉਸ ਸਮੇਂ ਦਾ, ਹਤਪਾਲ ਦਾ ਪੁੱਤਰ ਸੀਗਾ ਅਤੇ ਆਨੰਦਪਾਲ ਦਾ ਜਿਹੜਾ ਹੈ ਪਿਤਾ ਸੀਗਾ। ਇਹ ਦੋਨੋਂ ਵਿਅਕਤੀ ਵੀ ਜਿਹੜੇ ਆ ਉਹ ਜੈਪਾਲ ਦੇ ਨਾਲ ਹੀ ਜੁੜੇ ਆ। ਹਤਪਾਲ ਦਾ ਪੁੱਤਰ ਸੀਗਾ ਅਤੇ ਆਨੰਦਪਾਲ ਦਾ ਪਿਤਾ ਸੀਗਾ ਜੀ ਰਾਜਾ ਜੈਪਾਲ। ਓਕੇ, ਬਾਰੀਕੋਟ ਦੇ ਸ਼ਿਲਾਲੇਖ ਦੇ ਉਪਨਾਮ ਦੇ ਉਸ ਦਾ ਜਿਹੜਾ ਪੂਰਾ ਸਿਰਲੇਖ ਹੈ, ਜਿਹਨੂੰ ਕਿ ਪਰਮਾ ਭਟਾਰਕਾ ਮਹਾਰਾਜਾ ਧਿਰਾਜ ਸ਼੍ਰੀ ਜੈਪਾਲ ਦੇ ਵਜੋਂ ਵੀ ਜਿਹੜਾ ਹੈ ਦਰਜ ਕੀਤਾ ਗਿਆ। ਇਹ ਬਾਰੀਕੋਟ ਦਾ ਜਿਹੜਾ ਸ਼ਿਲਾਲੇਖ ਹੈ ਉਹਦੇ ਵਿੱਚ ਇਹ ਉਸ ਦਾ ਜਿਹੜਾ ਨਾਮ ਹੈ ਉਹ ਵਰਤਿਆ ਗਿਆ ਹੈਗਾ ਗਾ। ਗਜਨੀ ਦੇ ਮਹਿਮੂਦ ਨੇ ਪਹਿਲੀ ਵਾਰ ਇਸ ਨੂੰ 1001 ਈਸਵੀ ਦੇ ਵਿੱਚ ਆਧੁਨਿਕ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਉੱਪਰ ਹਮਲਾ ਕੀਤਾ ਸੀਗਾ। ਉਸ ਸਮੇਂ ਦੌਰਾਨ ਜਿਹੜਾ ਇਸ ਦੀ ਹਾਰ ਹੋ ਗਈ ਸੀਗੀ, ਅਤੇ ਜਦੋਂ ਇਸ ਨੂੰ ਹਰਾ ਦਿੱਤਾ ਗਿਆ ਸੀ ਤਾਂ ਇਸ ਤੋਂ ਬਾਅਦ ਜਿਹੜਾ ਇਹਦਾ ਉੱਤਰਾਧਿਕਾਰੀ ਬਣਦਾ ਹੈ ਉਹ ਆਨੰਦਪਾਲ ਬਣਦਾ ਹੈ, ਜੋ ਕਿ ਜੈਪਾਲ ਦਾ ਪੁੱਤਰ ਸੀਗਾ। ਓਕੇ, ਨੈਕਸਟ ਹੈ ਜੀ ਅੱਗੇ 5 ਨੰਬਰ ਕੁਐਸਚਨ। ਗੁਜਰਾਤ ਦੇ ਸੋਮਨਾਥ ਮੰਦਿਰ ਤੇ ਕਿਸ ਨੇ ਹਮਲਾ ਕੀਤਾ ਸੀ? ਜਲਾਲ ਉਦ-ਦੀਨ ਖਲਜੀ ਨੇ, ਇਬਰਾਹਿਮ ਲੋਦੀ ਨੇ, ਅਹਿਮਦ ਸ਼ਾਹ ਦੁਰਾਨੀ ਨੇ ਜਾਂ ਗਜਨੀ ਦਾ ਮਹਿਮੂਦ? ਹਾਂਜੀ, ਗੁਜਰਾਤ ਦੇ ਸੋਮਨਾਥ ਮੰਦਿਰ ਦੇ ਉੱਪਰ ਹਮਲਾ ਕਰਨ ਵਾਲਾ ਸਭ ਤੋਂ ਪ੍ਰਮੁੱਖ ਜਿਹੜਾ ਸ਼ਾਸਕ ਰਿਹਾ ਹੈ ਉਹ ਗਜਨੀ ਦਾ ਮਹਿਮੂਦ ਜਾਂ ਮਹਿਮੂਦ ਗਜ਼ਨਵੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੋ ਉਸਨੇ 1025-26 ਦੇ ਵਿੱਚ ਜਿਹੜਾ ਹੈਗਾ ਗਾ ਇਸ ਖੇਤਰ ਦੇ ਉੱਪਰ ਹਮਲਾ ਕਰਕੇ ਇੱਥੇ ਭਾਰੀ ਜਿਹੜੀ ਹੈ ਲੁੱਟਮਾਰ ਉਹ ਕੀਤੀ ਸੀਗੀ, ਔਰ ਇਹ ਮਹਿਮੂਦ ਗਜ਼ਨਵੀ ਦਾ ਭਾਰਤ ਦੇ ਉੱਪਰ 16ਵਾਂ ਹਮਲਾ ਰਿਹਾ ਸੀਗਾ, ਜਿਹੜਾ ਕਿ ਗੁਜਰਾਤ ਦੇ ਵਿੱਚ ਸੋਮਨਾਥ ਦੇ ਮੰਦਿਰ ਦੇ ਉੱਪਰ ਰਿਹਾ ਸੀ। ਇਹ ਸੋਮਨਾਥ ਦਾ ਜਿਹੜਾ ਮੰਦਿਰ ਹੈ ਇਹ ਸ਼ਿਵ ਦੇਵਤੇ ਦੇ ਮੰਦਿਰ ਨੂੰ ਜਿਹੜਾ ਹੈਗਾ ਸਮਰਪਿਤ ਹੈ, ਯਾਨੀ ਕਿ ਸ਼ਿਵ ਦੇਵਤੇ ਦਾ ਇਹ ਮੰਦਿਰ ਹੈਗਾ ਗਾ। ਅਤੇ ਇਸ ਮੰਦਿਰ ਦਾ ਜਿਹੜਾ ਨਿਰਮਾਣ ਹੈ ਉਹ ਪਰਮਾਰ ਵੰਸ਼ ਦੇ ਰਾਜਾ ਭੋਜ ਦੇ ਦੁਆਰਾ ਇਸ ਨੂੰ ਜਿਹੜਾ ਹੈ ਕੰਸਟਰਕਟ ਕਰਵਾਇਆ ਗਿਆ ਸੀ, ਨਿਰਮਾਣ ਕਰਵਾਇਆ ਗਿਆ ਸੀ। ਹਮਲੇ ਦੇ ਦੌਰਾਨ ਗੁਜਰਾਤ ਦਾ ਸ਼ਾਸਕ ਭੀਮ ਪਹਿਲਾ ਸੀਗਾ। ਜਦੋਂ ਗੁਜਰਾਤ ਦੇ ਉੱਪਰ ਹਮਲਾ ਕੀਤਾ ਸੀਗਾ ਇਹ ਭੀਮ ਪਹਿਲਾ ਉਸ ਸਮੇਂ ਦੇ ਉੱਪਰ ਸ਼ਾਸਨ ਕਰ ਰਿਹਾ ਸੀਗਾ, ਇਸ ਨੂੰ ਹਰਾਇਆ ਸੀਗਾ ਤੇ ਨਾਲ ਹੀ ਇਸ ਗੁਜਰਾਤ ਨੂੰ ਆਪਣੇ ਅੰਡਰ ਕਰ ਲਿੱਤਾ ਸੀਗਾ। ਮਹਿਮੂਦ ਗਜ਼ਨਵੀ ਨੇ ਇਸ ਹਮਲੇ ਦੇ ਦੌਰਾਨ 200 ਮਣ ਦੀ ਜਿਹੜੀ ਹੈ ਸੋਨੇ ਦੀ ਜੰਜੀਰ ਹੈ ਉਸ ਨੂੰ ਉਹ ਵਾਪਸ ਲੈ ਕੇ ਗਿਆ ਸੀ ਗਜਨੀ ਦੇ ਵਿੱਚ, ਅਤੇ ਤਕਰੀਬਨ ਇਸ ਤੋਂ ਇਲਾਵਾ 20 ਲੱਖ ਦਿਨਾਰ ਦੀ ਸੰਪत्ति ਉਹ ਇਸ ਖੇਤਰ ਦੇ ਵਿੱਚੋਂ ਲੁੱਟ ਕੇ ਲੈ ਕੇ ਗਿਆ ਸੀਗਾ। ਹੀਰੇ ਜਵਾਹਰਾਤ ਅਣਗਿਣਤ ਹੀ ਸੀਗੇ ਤੇ ਨਾਲ ਹੀ ਜਿਹੜੀਆਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸੀਗੀਆਂ ਉਹਨਾਂ ਨੂੰ ਵੀ ਨਾਲ ਲੈ ਗਿਆ ਸੀ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਭੰਨ ਕੇ ਉਹਨਾਂ ਨੇ ਜਿਹੜਾ ਹੈਗਾ ਮਸਜਿਦ ਦੇ ਵਿੱਚ ਜਿਹੜਾ ਹੈ ਜਮਾ ਮਸਜਿਦ ਦੇ ਜਿਹੜਾ ਹੈਗਾ ਦਰਬਾਰ ਦੇ ਵਿੱਚ ਮੇਨ ਗੇਟ ਦੇ ਉੱਪਰ ਚੁਣ ਦਿੱਤੀ ਸੀ, ਤਾਂ ਕਿ ਉੱਥੋਂ ਦੇ ਜਿਹੜੇ ਲੋਕ ਨੇ ਉੱਪਰ ਦੀ ਉਹਨਾਂ ਦੇ ਗੁਜ਼ਰਨ। ਨੈਕਸਟ ਹੈ ਜੀ ਅੱਗੇ 106 ਨੰਬਰ। ਮੁਹੰਮਦ ਗੌਰੀ ਦਾ ਪਹਿਲਾ ਹਮਲਾ ਡੈਸ਼ ਦੇ ਵਿੱਚ ਹੋਇਆ ਸੀ ਜਦੋਂ ਉਸਨੇ ਮਲਤਾਨ ਦੇ ਉੱਪਰ ਹਮਲਾ ਕੀਤਾ ਸੀਗਾ? 1099 ਦੇ ਵਿੱਚ, 1475 ਦੇ ਵਿੱਚ, 1175 ਦੇ ਵਿੱਚ ਜਾਂ ਫਿਰ 1187 ਦੇ ਵਿੱਚ? ਮੁਹੰਮਦ ਗੌਰੀ ਦਾ ਬਿਲਕੁਲ ਪਹਿਲਾ ਹਮਲਾ ਜਿਹੜਾ ਹੈ ਭਾਰਤ ਦੇ ਵਿੱਚ 1175 ਦੇ ਵਿੱਚ ਹੋਇਆ ਸੀਗਾ, ਤੇ ਇਸ ਹਮਲੇ ਦੇ ਵਿੱਚ ਮੁਹੰਮਦ ਗੌਰੀ ਨੇ ਸਭ ਤੋਂ ਪਹਿਲਾਂ ਜਿਹੜਾ ਹੈ ਮੁਲਤਾਨ ਦੇ ਉੱਪਰ ਹਮਲਾ ਕੀਤਾ ਸੀਗਾ, ਜੋ ਕਿ 1175 ਦੇ ਵਿੱਚ ਉਸਨੇ ਹਮਲਾ ਕੀਤਾ ਸੀਗਾ। ਇਹ ਦੂਸਰਾ ਪ੍ਰਸਿੱਧ ਸ਼ਾਸਕ ਸੀਗਾ ਜਿਸ ਨੇ ਕਿ ਭਾਰਤ ਦੇ ਉੱਪਰ ਹਮਲਾ ਕੀਤਾ ਸੀ। ਮੁਹੰਮਦ ਗੌਰੀ ਨੇ ਪਹਿਲਾ ਹਮਲਾ ਭਾਰਤ ਦੇ ਉੱਪਰ 1175 ਦੇ ਵਿੱਚ ਕੀਤਾ ਸੀਗਾ, ਜੋ ਕਿ ਮਲਤਾਨ ਦੇ ਵਿਰੁੱਧ ਸੀਗਾ, ਅਤੇ ਉਸ ਸਮੇਂ ਇਸ ਦੇ ਸਮੇਂ ਮਲਤਾਨ ਦਾ ਜਿਹੜਾ ਸ਼ਾਸਕ ਸੀਗਾ ਜੀ ਉਹ ਕਰਮਥੀ ਕਬੀਲੇ ਦਾ ਜਿਹੜਾ ਹੈ ਰਾਜ ਸੀਗਾ ਉਹ ਇੱਥੇ ਸ਼ਾਸਨ ਕਰ ਰਹੇ ਸੀਗੇ। ਦੂਸਰਾ ਹਮਲਾ ਦਾ 1178 ਦੇ ਵਿੱਚ ਰਿਹਾ ਸੀ, ਜੋ ਕਿ ਪਾਟਨ ਦੇ ਵਿੱਚ ਹੈ, ਜੋ ਕਿ ਗੁਜਰਾਤ ਰਾਜ ਦੇ ਵਿੱਚ ਸਥਿਤ ਸੀ, ਉੱਥੇ ਇਹਨਾਂ ਨੇ ਹਮਲਾ ਕੀਤਾ ਸੀਗਾ। ਦੂਸਰੇ ਹਮਲੇ ਦੇ ਦੌਰਾਨ ਜਿਹੜਾ ਗੁਜਰਾਤ ਦਾ ਸ਼ਾਸਕ ਸੀਗਾ ਜੀ ਉਹ ਸੀਗਾ ਭੀਮ ਦੂਜਾ, ਜੋ ਕਿ ਜੇਤੂ ਰਿਹਾ ਸੀਗਾ, ਔਰ ਮੁਹੰਮਦ ਗੌਰੀ ਇਸ ਦੇ ਵਿੱਚ ਹਾਰ ਜਾਂਦਾ ਹੈਗਾ ਗਾ। ਮੁਹੰਮਦ ਗੌਰੀ ਦੀ ਮੌਤ 15 ਮਾਰਚ 1206 ਨੂੰ ਜਿਹੜਾ ਹੈ ਧਮਕ ਨਾਮੀ ਸਥਾਨ ਦੇ ਉੱਪਰ ਹੋਈ ਸੀਗੀ, ਅਤੇ ਇਸ ਨੂੰ ਗਜਨੀ ਦੇ ਵਿੱਚ ਜਾ ਕੇ ਜਿਹੜਾ ਹੈ ਉਹ ਦਫਨਾਇਆ ਗਿਆ ਸੀਗਾ। ਨੈਕਸਟ ਹੈ ਜੀ ਅੱਗੇ 7 ਨੰਬਰ। ਤ੍ਰੈਣ ਦੀ ਦੂਸਰੀ ਲੜਾਈ ਡੈ ਸਾਲ ਦੇ ਵਿੱਚ ਲੜੀ ਗਈ? 1345 ਦੇ ਵਿੱਚ, 1294 ਦੇ ਵਿੱਚ, 1099 ਦੇ ਵਿੱਚ ਜਾਂ ਫਿਰ 1192 ਦੇ ਵਿੱਚ? ਤ੍ਰੈਣ ਦੀ ਦੂਜੀ ਲੜਾਈ 1192 ਦੇ ਵਿੱਚ ਲੜਾਈ ਗਈ ਸੀਗੀ, ਜਿਹੜੀ ਕਿ ਮੁਹੰਮਦ ਗੌਰੀ ਅਤੇ ਪ੍ਰਿਥਵੀ ਰਾਜ ਚੌਹਾਨ ਦੇ ਵਿਚਕਾਰ ਹੋਈ ਸੀਗੀ, ਜਿਸ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਮਾਰਿਆ ਜਾਂਦਾ ਹੈਗਾ ਗਾ, ਅਤੇ ਜਿਹੜਾ ਮੁਹੰਮਦ ਗੌਰੀ ਹੈ ਉਹ ਇਸ ਲੜਾਈ ਦੇ ਵਿੱਚ ਜੇਤੂ ਰਹਿੰਦਾ ਹੈਗਾ ਗਾ। ਨੈਕਸਟ ਹੈ ਜੀ 8 ਨੰਬਰ ਕੁਐਸਚਨ। ਮਹਾਰਾਣੀ ਨਾਇਕੀ ਦੇਵੀ ਨੂੰ ਉਸ ਔਰਤ ਦੇ ਵਜੋਂ ਯਾਦ ਕੀਤਾ ਜਾਂਦਾ ਹੈ ਜਿਸ ਨੇ 1178 ਦੇ ਈਸਵੀ ਦੇ ਵਿੱਚ ਡੈਸ਼ ਨੂੰ ਹਰਾਇਆ ਸੀਗਾ? ਮੁਹੰਮਦ ਬਿਨ ਤੁਗਲਕ ਨੂੰ ਹਰਾਇਆ ਸੀ, ਮੁਹੰਮਦ ਅਲ ਬਾਕੀਰ ਨੂੰ ਹਰਾਇਆ ਸੀਗਾ, ਅਲ ਸਾਲੀ ਮੁਹੰਮਦ ਨੂੰ ਹਰਾਇਆ ਸੀ, ਜਾਂ ਮੁਹੰਮਦ ਗੌਰੀ ਨੂੰ ਹਰਾਇਆ ਸੀ? ਹਾਂਜੀ, ਮਹਾਰਾਣੀ ਨਾਇਕੀ ਦੇਵੀ। ਮਹਾਰਾਣੀ ਨਾਇਕੀ ਦੇਵੀ ਇੱਕ ਉਹ ਔਰਤ ਹੈ ਜਿਸ ਨੇ ਇੱਕ ਕਹਿ ਸਕਦੇ ਹੈਗੇ ਕਿ
ਤੁਰਕਵਾਸੀ ਨੂੰ ਜਿਹੜਾ ਹੈਗਾ ਗਾ ਹਰਾਉਣ ਦੇ ਵਿੱਚ ਅਹਿਮ ਯੋਗਦਾਨ ਪਾਇਆ ਸੀਗਾ ਜੀ। ਸੋ ਇਹ ਸੀਗਾ ਜੀ ਮੁਹੰਮਦ ਗੌਰੀ। ਮੁਹੰਮਦ ਗੌਰੀ ਨੂੰ 1178 ਦੇ ਵਿੱਚ ਜਿਹੜਾ ਹੈਗਾ ਗਾ ਮਹਾਰਾਣੀ ਨਾਇਕੀ ਦੇਵੀ ਦੇ ਦੁਆਰਾ ਹਰਾ ਦਿੱਤਾ ਗਿਆ ਸੀ। ਇਹ ਭਾਰਤ ਦੀ ਪਹਿਲੀ ਇਸਤਰੀ ਦੇ ਰੂਪ ਦੇ ਵਿੱਚ ਪ੍ਰਮਾਣਿਤ ਹੈ ਜਿਸ ਨੇ ਕਿ ਕਿਸੇ ਸ਼ਾਸਕ ਨੂੰ ਜਿਹੜਾ ਹੈ ਉਹ ਹਰਾਇਆ ਸੀਗਾ। ਨਾਇਕੀ ਦੇਵੀ ਜਿਹੜੀ ਹੈਗੀ ਉਹ 1175 ਤੋਂ ਆਪਣੇ ਪੁੱਤਰ ਮੂਲ ਰਾਜਾ ਦੂਜੇ ਦੇ ਬਚਪਨ ਦੇ ਸਮੇਂ ਦੇ ਦੌਰਾਨ ਜਿਹੜਾ ਹੈ ਸ਼ੁਰੂਆਤ ਕਰਦੀ ਹੈਗੀ ਕਿਉਂਕਿ ਇਹ ਬਚਪਨ ਦੇ ਵਿੱਚ ਜਿਹੜਾ ਕਹਿ ਸਕਦੇ ਹੈਗੇ ਯੋਗ ਨਹੀਂ ਸੀਗਾ, ਬਚਪਨ ਦੇ ਵਿੱਚ ਸੀਗਾ, ਜਿਸ ਦੇ ਕਾਰਨ ਕਰਕੇ ਉਹਦੇ ਸ਼ਾਸਨ ਦੀ ਵਾਂਗਡੋਰ ਇਸ ਦੀ ਮਾਤਾ ਨੇ ਜਿਹੜੀ ਹੈ ਉਹ ਸੰਭਾਲ ਲੈਤੀ ਸੀਗੀ। ਠੀਕ ਹੈ, ਜਦੋਂ ਇਹ ਮੂਲ ਰਾਜਾ ਦੂਜਾ ਬਚਪਨ ਦੇ ਵਿੱਚ ਸੀਗਾ ਤਾਂ ਉਸ ਸਮੇਂ ਜਿਹੜਾ ਹੈ ਚਾਲੁਕਿਆ ਰਾਜਵੰਸ਼ ਦਾ ਰਾਜਕੁਮਾਰੀ ਰਾਣੀ ਦੇ ਰੂਪ ਦੇ ਵਿੱਚ ਇਸਨੇ ਭੂਮਿਕਾ ਨਿਭਾਈ ਸੀਗੀ ਅਤੇ ਇਹ ਚਾਲੁਕਿਆ ਰਾਜੇ ਅਜੇਪਾਲ ਦੀ ਰਾਣੀ ਦੇ ਰੂਪ ਦੇ ਵਿੱਚ ਰਹੀ ਸੀਗੀ, ਯਾਨੀ ਕਿ ਉਸ ਦੀ ਰਾਣੀ ਸੀਗੀ ਅਜੇਪਾਲ ਦੀ। ਓਕੇ, ਇਸ ਦਾ ਜੀਵਨ ਸਾਥੀ ਯਾਨੀ ਕਿ ਪਤੀ ਜਿਹੜਾ ਸੀਗਾ ਜੀ ਉਹ ਅਜੇਪਾਲ ਸੀਗਾ ਅਤੇ ਰਾਜਵੰਸ਼ ਜਿਹੜਾ ਸੀਗਾ ਉਹ ਚੰਦੇਲ ਸੀਗਾ ਜੇਕਰ ਆਪਾਂ ਜਨਮ ਦੀ ਗੱਲ ਕਰੀਏ ਪਿੱਛੋਂ। ਅਤੇ ਇਸ ਤੋਂ ਇਲਾਵਾ ਵਿਆਹ ਤੋਂ ਬਾਅਦ ਇਸ 'ਤੇ ਜਿਹੜਾ ਹੈ ਵੰਸ਼ ਦਾ ਨਾਮ ਜਿਹੜਾ ਚਾਲੁਕਿਆ ਪੈ ਜਾਂਦਾ ਹੈ ਜੋ ਕਿ ਅਜੇਪਾਲ ਸੀਗਾ। ਇਹ ਚਾਲੁਕਿਆ ਵੰਸ਼ ਦੇ ਨਾਲ ਰਿਲੇਟਡ ਸੀਗਾ ਬਟ ਇਸ ਦੀ ਜਿਹੜੀ ਬੈਕਗਰਾਊਂਡ ਸੀਗੀ ਉਹ ਚੰਦੇਲ ਵੰਸ਼ ਦੀ ਸੀਗੀ। ਇਹਨਾਂ ਦੇ ਪਿਤਾ ਦਾ ਨਾਮ ਸੀਗਾ ਜੀ ਪਰਮਾਰਦੇ ਅਤੇ ਇਸ ਤੋਂ ਇਲਾਵਾ ਮਾਂ ਦਾ ਨਾਮ ਸੀਗਾ ਜੀ ਮਲਹਾਨਾ ਪ੍ਰਤੀਹਾਰਾ। ਸੋ ਇਸ ਦੀ ਮਾਤਾ ਦਾ ਨਾਮ ਸੀਗਾ। ਨਾਇਕੀ ਦੇਵੀ ਦੇ ਪੁੱਤਰ ਨੂੰ ਖਿਤਾਬ ਦਿੱਤਾ ਗਿਆ ਸੀਗਾ ਜੀ ਗਜਨੀ ਦੇ ਰਾਜੇ ਦਾ ਜੇਤੂ। ਗਜਨੀ ਦੇ ਰਾਜੇ ਦਾ ਜੇਤੂ ਜਿਹੜਾ ਹੈਗਾ ਗਾ ਇਹ ਨਾਇਕੀ ਦੇਵੀ ਦੇ ਪੁੱਤਰ ਨੂੰ ਜਿਹੜਾ ਹੈਗਾ ਗਾ ਨਾਇਕੀ ਦੇਵੀ ਨੇ ਪੁੱਤਰ ਨੂੰ ਖਿਤਾਬ ਦਿੱਤਾ ਸੀਗਾ ਆਪਣੇ ਨੂੰ, ਜਿਹਦਾ ਨਾਮ ਸੀਗਾ ਜੀ ਮੂਲ ਰਾਜਾ ਦੂਜਾ। ਉਸ ਨੂੰ ਇਹ ਖਿਤਾਬ ਦਿੱਤਾ ਗਿਆ ਸੀਗਾ ਗਜਨੀ ਦੇ ਰਾਜੇ ਦਾ ਜੇਤੂ ਕਿਉਂਕਿ ਬਚਪਨ ਦੇ ਵਿੱਚ ਇਸਨੇ ਜਿੱਤ ਲਿਆ ਸੀਗਾ। 9 ਨੰਬਰ ਕੁਐਸਚਨ ਹੈ ਜੀ ਡੈਸ਼ ਦਾ ਜਨਮ ਚੌਹਾਨ ਰਾਜਾ ਸਮੇਸ਼ਵਰ ਅਤੇ ਉਸ ਦੀ ਰਾਣੀ ਕਰਪੂਰਾ ਦੇਵੀ ਦੇ ਘਰ 1166 ਈਸਵੀ ਦੇ ਵਿੱਚ ਹੋਇਆ ਸੀਗਾ। ਮਹਾਰਾਜਾ ਮਾਨ ਸਿੰਘ ਦਾ, ਮਹਾਰਾਣਾ ਪ੍ਰਤਾਪ ਸਿੰਘ ਦਾ, ਮਹਾਰਾਜਾ ਸੂਰਜਮਲ ਦਾ ਜਾਂ ਪ੍ਰਿਥਵੀ ਰਾਜ ਚੌਹਾਨ ਦਾ। ਕਰੈਕਟ ਆਨਸਰ ਦਾ ਹੈ ਜੀ ਡੀ। ਸੋ ਪ੍ਰਿਥਵੀ ਰਾਜ ਚੌਹਾਨ ਦਾ ਜਨਮ ਜਿਹੜਾ ਹੈ ਉਹ ਰਾਜਾ ਸਮੇਸ਼ਵਰ ਅਤੇ ਉਸ ਦੀ ਰਾਣੀ ਕਰਪੂਰਾ ਦੇਵੀ ਦੇ ਘਰ 1166 ਈਸਵੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ। ਓਕੇ, ਜੋ ਕਿ ਭਾਰਤ ਦਾ ਇੱਕ ਪ੍ਰਸਿੱਧ ਸ਼ਾਸਕ ਰਿਹਾ ਸੀਗਾ। ਪ੍ਰਿਥਵੀ ਰਾਜ ਚੌਹਾਨ ਜਿਹੜਾ ਹੈਗਾ ਗਾ ਇਹਦਾ ਐਕਚੁਅਲ ਨਾਮ ਜਿਹੜਾ ਹੈਗਾ ਗਾ ਉਹ ਪ੍ਰਿਥਵੀ ਰਾਜ ਤੀਜਾ ਹੈਗਾ ਗਾ ਬਟ ਆਪਾਂ ਇਹਨੂੰ ਚੌਹਾਨ ਸ਼ਬਦ ਜਿਹੜਾ ਉਹ ਨਾਲ ਲਾ ਦਿੰਦੇ ਹਾਂ ਕਿਉਂਕਿ ਚੌਹਾਨ ਵੰਸ਼ ਦੇ ਨਾਲ ਰਿਲੇਟਡ ਸੀਗਾ। ਇਸ ਤੋਂ ਇਲਾਵਾ ਜਿਹੜਾ ਹੈ ਪ੍ਰਿਥਵੀ ਰਾਜ ਚੌਹਾਨ ਨੂੰ ਪ੍ਰਿਥਵੀ ਰਾਜ ਚੌਹਾਨ ਵੀ ਕਹਿ ਦਿੱਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਰਾਏ ਪਿਥੋਰਾ ਦਾ ਕੁਐਸਚਨ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਕਿ ਕਿਹਨੂੰ ਕਿਹਾ ਜਾਂਦਾ ਹੈ, ਪ੍ਰਿਥਵੀ ਰਾਜ ਚੌਹਾਨ ਨੂੰ ਕਿਹਾ ਜਾਂਦਾ ਹੈ। ਸੋ ਇਹ ਵੀ ਇਹਨਾਂ ਦਾ ਹੀ ਨਾਮ ਹੈਗਾ ਗਾ। ਓਕੇ, ਚੌਹਾਨ ਜਿਹੜਾ ਕਿ ਰਾਜਵੰਸ਼ ਦਾ ਇੱਕ ਰਾਜਾ ਸੀਗਾ ਜਿਸ ਨੇ ਆਪਣੀ ਰਾਜਧਾਨੀ ਆਮੇਰ ਦੇ ਨਾਲ ਸਪਤਲਕਸ਼ ਉੱਤੇ ਇਲਾਕੇ ਦੇ ਉੱਤੇ ਰਾਜ ਕੀਤਾ ਸੀਗਾ ਜੋ ਕਿ ਵਰਤਮਾਨ ਸਮੇਂ ਜਿਹੜਾ ਹੈ ਰਾਜਸਥਾਨ ਦੇ ਵਿੱਚ ਸਥਿਤ ਹੈ। ਸੋ ਉਸ ਦੇ ਕਾਰਨ ਕਰਕੇ ਇਹ ਕਾਫੀ ਜ਼ਿਆਦਾ ਪ੍ਰਸਿੱਧ ਰਿਹਾ ਸੀਗਾ। ਇਹਦੀ ਰਾਜਗੱਦੀ ਦੀ ਗੱਲ ਕਰੀਏ ਤਾਂ 1177 ਤੋਂ ਜਿਹੜਾ ਹੈ ਇਸ ਦਾ ਰਾਜਕਾਲ ਸ਼ੁਰੂ ਹੁੰਦਾ ਹੈ ਪ੍ਰਿਥਵੀ ਰਾਜ ਤੀਜੇ ਦਾ ਤੇ ਭਾਰਤ ਦਾ ਇੱਕ ਪ੍ਰਮੁੱਖ ਸ਼ਾਸਕ ਰਿਹਾ ਸੀਗਾ। ਸਬਦਾਲਕਸ਼ ਦਾ ਸ਼ਾਸਕ ਰਿਹਾ ਸੀਗਾ ਜੋ ਕਿ ਰਾਜਸਥਾਨ ਦੇ ਵਿੱਚ ਸਥਿਤ ਖੇਤਰ ਸੀਗਾ। ਇਸ ਨੇ 1177 ਤੋਂ ਲੈ ਕੇ 1192 ਤੱਕ ਯਾਨੀ ਕਿ ਤਰਾਇਣ ਦੀ ਦੂਜੀ ਲੜਾਈ ਤੱਕ ਜਿਹੜਾ ਹੈ ਰਾਜ ਕੀਤਾ ਸੀਗਾ। 1192 ਦੇ ਵਿੱਚ ਇਹਦਾ ਸ਼ਾਸਨ ਪ੍ਰਬੰਧ ਜਿਹੜਾ ਉਹ ਖਤਮ ਹੋ ਜਾਂਦਾ ਹੈਗਾ ਗਾ। ਪੂਰਵ ਜਿਸ ਦੇ ਜਿਹੜੇ ਆ ਸਮੇਸ਼ਵਰ ਹੈ ਜੋ ਕਿ ਇਹਦਾ ਪਿਤਾ ਸੀਗਾ ਜੋ ਇਸ ਤੋਂ ਪਹਿਲਾਂ ਸ਼ਾਸਨ ਕਰ ਰਿਹਾ ਸੀ। ਇਸ ਤੋਂ ਬਾਅਦ ਪ੍ਰਿਥਵੀ ਰਾਜ ਤੀਜਾ ਜਿਹੜਾ ਹੈ ਉਹ ਆਉਂਦਾ ਹੈ। ਅੱਗੇ ਇਹਨਾਂ ਦੀ ਮੌਤ ਤੋਂ ਬਾਅਦ ਅਗਲਾ ਉੱਤਰਾਧਿਕਾਰੀ ਬਣਦਾ ਹੈ ਜੀ ਗੋਬਿੰਦ ਰਾਜ ਚੌਥਾ। ਗੋਬਿੰਦ ਰਾਜ ਚੌਥਾ ਜਿਹੜਾ ਹੈਗਾ ਗਾ ਉਹ ਪ੍ਰਿਥਵੀ ਰਾਜ ਤੀਜੇ ਦਾ ਜਿਹੜਾ ਹੈ ਉੱਤਰਾਧਿਕਾਰੀ ਬਣਦਾ ਹੈਗਾ ਗਾ। ਠੀਕ ਹੈ ਜੀ। ਪ੍ਰਿਥਵੀ ਰਾਜ ਚੌਹਾਨ ਦਾ ਜਿਹੜਾ ਜਨਮ ਹੈ ਉਹ 1166 ਦੇ ਵਿੱਚ ਗੁਜਰਾਤ ਦੇ ਵਿੱਚ ਹੋਇਆ ਸੀਗਾ ਅਤੇ ਦੇਹਾਂਤ ਜਿਹੜਾ ਹੈ ਉਹ 1192 ਦੇ ਵਿੱਚ ਅਜਮੇਰ ਦੇ ਵਿੱਚ ਹੋਇਆ ਸੀਗਾ ਤਰਾਇਣ ਦੀ ਲੜਾਈ ਤੋਂ ਬਾਅਦ। ਅਤੇ ਇਹਨਾਂ ਦੀ ਜੀਵਨ ਸਾਥੀ ਯਾਨੀ ਕਿ ਪਤਨੀ ਦਾ ਨਾਮ ਰਿਹਾ ਸੀਗਾ ਜੀ ਸੰਜੋਗਤਾ ਜੋ ਕਿ ਇਹਨਾਂ ਦੀ ਵਾਈਫ ਸੀਗੀ। ਅਤੇ ਰਾਜਵੰਸ਼ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਸ਼ੰਕਭਰੀ ਦੇ ਚਾਹਮਾਨ ਵੰਸ਼ ਦੇ ਨਾਲ ਇਹ ਸੰਬੰਧਿਤ ਸੀਗੀ ਜੋ ਕਿ ਇਹਨਾਂ ਦੀ ਪਤਨੀ ਸੀਗੀ। ਠੀਕ ਹੈ, ਸੰਜੋਗਤਾ। ਨੈਕਸਟ ਹੈ ਜੀ 10 ਨੰਬਰ। ਹੇਠ ਦਿੱਤੇ ਗਵਰਨਰ ਜਨਰਲਾਂ ਦੇ ਵਿੱਚੋਂ ਕਿਸ ਨੇ ਇੱਕ ਕੋਡ ਪੇਸ਼ ਕੀਤਾ ਸੀ ਜਿਸ ਦੇ ਵਿੱਚ ਮਾਲ ਪ੍ਰਸ਼ਾਸਨ ਨੂੰ ਨਿਆਇਕ ਪ੍ਰਸ਼ਾਸਨ ਤੋਂ ਵੱਖ ਕਰਨ ਦੀ ਵਿਵਸਥਾ ਕੀਤੀ ਗਈ ਸੀ? ਲਾਰਡ ਵੈਲਜ਼ਲੀ ਨੇ ਪੇਸ਼ ਕੀਤਾ ਸੀ, ਲਾਰਡ ਕਾਰਨਵਾਲਿਸ ਨੇ ਪੇਸ਼ ਕੀਤਾ ਸੀ, ਵਿਲੀਅਮ ਬੈਟਕਿਕ ਨੇ ਪੇਸ਼ ਕੀਤਾ ਸੀ ਜਾਂ ਵਾਰਨ ਹਾਸਟਿੰਗਜ਼ ਨੇ ਕੀਤਾ ਸੀਗਾ। ਕਰੈਕਟ ਆਨਸਰ ਦਾ ਹੈ ਜੀ ਬੀ ਆਨਸਰ। ਲਾਰਡ ਕਾਰਨਵਾਲਿਸ ਨੇ ਜਿਹੜਾ ਹੈਗਾ ਗਾ ਬਈ ਜੋ ਕਿ ਭਾਰਤ ਦੇ ਗਵਰਨਰ ਜਨਰਲ ਰਹੇ ਸੀ ਉਹਨਾਂ ਨੇ ਇੱਕ ਕੋਡ ਪੇਸ਼ ਕੀਤਾ ਸੀਗਾ ਜਿਸ ਦੇ ਥਰੂ ਉਹਨਾਂ ਨੇ ਮਾਲ ਪ੍ਰਸ਼ਾਸਨ ਨੂੰ ਨਿਆਇਕ ਪ੍ਰਸ਼ਾਸਨ ਤੋਂ ਅਲੱਗ ਕਰ ਦਿੱਤਾ ਸੀਗਾ ਕਿ ਮਾਲ ਪ੍ਰਸ਼ਾਸਨ ਅਲੱਗ ਕੰਮ ਕਰੇਗਾ ਤੇ ਨਿਆਇਕ ਪ੍ਰਸ਼ਾਸਨ ਜਿਹੜਾ ਹੈ ਉਹ ਵੱਖਰਾ
ਕੰਮ ਕਰੇਗਾ। ਸੋ ਇਸ ਦੇ ਅਧੀਨ ਜਿਹੜੀ ਹੈ ਇਹ ਵਿਵਸਥਾ ਕੀਤੀ ਗਈ ਸੀਗੀ। ਲਾਰਡ ਕਾਰਨਵਲਿਸ ਨੇ ਜਿਹੜਾ ਕੋਡ ਪੇਸ਼ ਕੀਤਾ ਸੀ ਉਹਦੇ ਅਧੀਨ ਜਿਹੜਾ ਹੈ ਇਹ ਸਭ ਕੁਝ ਪੋਸੀਬਲ ਹੋਇਆ ਸੀਗਾ ਕਿ ਮਾਲ ਵਿਵਸਥਾ ਨੂੰ ਅਲੱਗ ਕਰ ਦਿੱਤਾ ਗਿਆ ਅਤੇ ਨਿਆਇਕ ਪ੍ਰਸ਼ਾਸਨ ਨੂੰ ਵੱਖ ਕਰ ਦਿੱਤਾ ਗਿਆ ਸੀਗਾ। ਓਕੇ, ਯਾਨੀ ਕਿ ਸਾਰੇ ਦੇ ਸਾਰੇ ਵੱਖਰੇ ਵੱਖਰੇ ਪਾਰਟ ਹੈਗੇ ਨੇ ਜਿਨ੍ਹਾਂ ਦੇ ਵਿੱਚ ਪੁਲਿਸ, ਨਿਆਇਕ ਤੇ ਸਿਵਲ ਪ੍ਰਸ਼ਾਸਨ ਨੂੰ ਨਿਯੰਤਰਣ ਕਰਨ ਵਾਲੇ ਪ੍ਰਮੁੱਖ ਉਪਬੰਧ ਵੀ ਜਿਹੜੇ ਹੈ ਪਾਰਟ ਵੀ ਜਿਹੜੇ ਹੈਗੇ ਨੇ ਉਹ ਸ਼ਾਮਲ ਸੀਗੇ। ਲਾਰਡ ਕਾਰਨਵਲਿਸ ਜਿਹੜੇ ਹੈਗੇ ਜੀ ਇਹ ਭਾਰਤ ਦੇ ਗਵਰਨਰ ਜਨਰਲ ਰਹੇ ਗਿਆ 1786 ਤੋਂ ਲੈ ਕੇ 1793 ਤੱਕ। ਫਿਰ ਇਸ ਤੋਂ ਬਾਅਦ 1805 ਦੇ ਵਿੱਚ ਵੀ ਬਣੇ ਸੀਗੇ। ਸੋ 2 ਵਾਰ ਜਿਹੜੇ ਹੈ ਭਾਰਤ ਦੇ ਗਵਰਨਰ ਜਨਰਲ ਦੇ ਰੂਪ ਦੇ ਵਿੱਚ ਐਡ ਹੁੰਦੇ ਹੈਗੇ ਆ। ਇਹਨਾਂ ਦੇ ਦੁਆਰਾ ਜੋ ਪ੍ਰਮੁੱਖ ਕਾਰਜ ਕੀਤੇ ਗਏ ਨੇ ਉਹਨਾਂ ਦੇ ਵਿੱਚੋਂ ਕਾਰਨਵਲਿਸ ਕੋਡ ਹੈ ਜਿਹੜਾ ਕਿ 1793 ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ, ਜਿਸ ਦੇ ਅਧੀਨ ਮਾਲ ਪ੍ਰਸ਼ਾਸਨ ਤੇ ਨਿਆਇਕ ਪ੍ਰਸ਼ਾਸਨ ਨੂੰ ਵੱਖ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਥਾਈ ਬੰਦੋਬਸਤ ਦੀ ਸਥਾਪਨਾ ਜਿਹੜੀ ਹੈਗੀ 1793 ਦੇ ਵਿੱਚ ਕੀਤੀ ਗਈ ਸੀ। ਇਹ ਵੀ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈਗਾ, ਕਾਫੀ ਜ਼ਿਆਦਾ ਹੁੰਦਾ ਹੈ ਕਿ ਇਸ ਨੂੰ ਕਿਸ ਨੇ ਜਿਹੜਾ ਹੈ ਪੇਸ਼ ਕੀਤਾ ਸੀਗਾ। ਸੋ ਇਹ ਸੀਗੇ ਜੀ ਕਾਰਨਵਲਿਸ। ਠੀਕ ਹੈ, ਇਹਦੇ ਅਕੋਰਡਿੰਗ ਜਿਹੜਾ ਹੈ ਸਥਾਈ ਬੰਦੋਬਸਤ ਦੇ ਅਕੋਰਡਿੰਗ ਜਿਹੜਾ ਹੈ 10/11ਵਾਂ ਹਿੱਸਾ ਜਿਹੜਾ ਹੈਗਾ ਯਾਨੀ ਕਿ 10/11 ਜਿਹੜਾ ਭਾਗ ਹੈਗਾ ਉਹ ਕਰ ਦੇ ਰੂਪ ਦੇ ਵਿੱਚ ਅੰਗਰੇਜ਼ਾਂ ਨੂੰ ਜਿਹੜਾ ਹੈ ਭਾਰਤ ਦੇ ਵੱਲੋਂ ਦੇਣਾ ਪੈਂਦਾ ਸੀਗਾ ਕਿਸਾਨਾਂ ਨੂੰ। ਠੀਕ ਹੈ, ਯਾਨੀ ਕਿ ਉਹਨਾਂ ਦੇ ਵਿੱਚੋਂ ਜਿਹੜਾ ਹੈਗਾ 10 ਹਿੱਸੇ ਜਿਹੜੇ ਹੈਗੇ ਨੇਗੇ ਉਹ ਤਕਰੀਬਨ ਅੰਗਰੇਜ਼ਾਂ ਦੇ ਹਿੱਸੇ ਚਲੇ ਜਾਂਦੇ ਸੀਗੇ ਤੇ ਇੱਕ ਹਿੱਸਾ ਜਿਹੜਾ ਸੀਗਾ ਉਹ ਕਿਸਾਨਾਂ ਨੂੰ ਦੇ ਦਿੱਤਾ ਜਾਂਦਾ ਸੀ। ਇੰਨੇ ਜ਼ਿਆਦਾ ਮਤਲਬ ਟੈਕਸ ਦੇ ਵਿੱਚ ਲੱਗਿਆ ਹੋਇਆ ਸੀਗਾ। ਇਸ ਤੋਂ ਇਲਾਵਾ ਨਾਗਰਿਕ ਸੇਵਾ ਦੇ ਜਨਕ ਦੇ ਯਾਨੀ ਕਿ ਪਿਤਾ ਦੇ ਰੂਪ ਦੇ ਵਿੱਚ ਵੀ ਜਿਹੜਾ ਹੈ ਉਹ ਲਾਰਡ ਕਾਰਨਵਲਿਸ ਨੂੰ ਹੀ ਜਾਣਿਆ ਜਾਂਦਾ ਹੈ। ਨੈਕਸਟ ਹੈ ਜੀ 11 ਨੰਬਰ, ਪਲਾਸੀ ਦੀ ਲੜਾਈ ਵੇਲੇ ਮੁਗਲ ਬਾਦਸ਼ਾਹ ਕੌਣ ਸੀਗਾ? ਆਲਮਗੀਰ ਦੂਜਾ, ਸਿਰਾਜ ਉਦ ਦੌਲਾ, ਮੀਰ ਕਾਸਮ ਜਾਂ ਸ਼ਾਹ ਆਲਮ ਦੂਜਾ। ਪਲਾਸੀ ਦੀ ਲੜਾਈ ਇੱਕ ਨਿਰਣਾਇਕ ਲੜਾਈ ਹੈ। ਉਸ ਸਮੇਂ ਦੇ ਉੱਪਰ ਜਦੋਂ ਇਹ ਲੜਾਈ ਲੜੀ ਗਈ ਸੀ ਉਸ ਸਮੇਂ ਭਾਰਤ ਦਾ ਮੁਗਲ ਬਾਦਸ਼ਾਹ ਸੀਗਾ ਜੀ ਆਲਮਗੀਰ ਦੂਜਾ। ਇਹ ਉਸ ਸਮੇਂ ਮੁਗਲ ਬਾਦਸ਼ਾਹ ਸੀਗਾ ਜਿਸ ਸਮੇਂ ਪਲਾਸੀ ਦੀ ਲੜਾਈ ਹੋਈ ਸੀਗੀ। ਤੇ ਪਲਾਸੀ ਦੀ ਲੜਾਈ ਇੱਕ ਨਿਰਣਾਇਕ ਲੜਾਈ ਹੈ ਜਿਹਨੇ ਭਾਰਤ ਦੇ ਵਿੱਚ ਅੰਗਰੇਜ਼ਾਂ ਦੀ ਐਂਟਰੀ ਨੂੰ ਜਿਹੜਾ ਹੈ ਸਥਾਈ ਤੌਰ ਦੇ ਉੱਪਰ ਸਟੈਬਲਿਸ਼ ਕਰ ਦਿੱਤਾ ਸੀ, ਜਿਸ ਤੋਂ ਬਾਅਦ ਅੰਗਰੇਜ਼ ਭਾਰਤ ਦੇ ਵਿੱਚ ਪੱਕੇ ਤੌਰ ਦੇ ਉੱਪਰ ਬਸਣਾ ਸ਼ੁਰੂ ਕਰ ਦਿੰਦੇ ਹੈਗੇ ਅਤੇ ਭਾਰਤ ਦੇ ਕਈ ਸਾਰੇ ਖੇਤਰਾਂ ਨੂੰ ਆਪਣੇ ਅੰਡਰ ਕਰਨਾ ਸ਼ੁਰੂ ਕਰ ਦਿੰਦੇ ਆ। ਇਹ ਸਾਡੇ ਭਾਰਤ ਦੇ ਵਿੱਚ 2 ਪ੍ਰਮੁੱਖ ਲੜਾਈਆਂ ਰਹੀਆਂ ਨੇਗੀਆਂ, ਇੱਕ ਪਲਾਸੀ ਲੜਾਈ ਤੇ ਇੱਕ ਬਕਸਰ ਦੀ ਲੜਾਈ, ਜਿਹਦੇ ਕਾਰਨ ਕਰਕੇ ਜਿਹੜਾ ਹੈਗਾ ਅੰਗਰੇਜ਼ ਸਾਡੇ ਭਾਰਤ ਦੇ ਵਿੱਚ ਪੂਰਨ ਤੌਰ ਦੇ ਉੱਪਰ ਆਪਣਾ ਰਾਜ ਇਸਟੈਬਲਿਸ਼ ਕਰ ਪਾਉਂਦੇ ਹੈਗੇ ਆ, ਕਿਉਂਕਿ ਪਲਾਸੀ ਦੀ ਲੜਾਈ ਦੇ ਥਰੂ ਜਿਹੜੇ ਹੈਗੇ ਅੰਗਰੇਜ਼ ਉਹ ਬੰਗਾਲ ਦੇ ਉੱਪਰ ਆਪਣਾ ਕਬਜ਼ਾ ਕਰ ਲੈਂਦੇ ਹੈ ਅਤੇ ਬਕਸਰ ਦੀ ਲੜਾਈ ਦੇ ਥਰੂ ਜਿਹੜੇ ਅੰਗਰੇਜ਼ ਸੀਗੇ ਉਹ ਦਿੱਲੀ ਦੇ ਉੱਪਰ ਆਪਣਾ ਕਬਜ਼ਾ ਕਰ ਲੈਂਦੇ ਹੈਗੇ ਨੇਗੇ। ਓਕੇ, ਯਾਨੀ ਕਿ ਪੂਰਾ ਭਾਰਤ ਇਹਨਾਂ ਦੇ ਅੰਡਰ ਕਵਰ ਹੋ ਜਾਂਦਾ ਹੈ। ਜਿਸ ਸਮੇਂ ਪਲਾਸੀ ਦੀ ਲੜਾਈ ਹੋਈ ਸੀਗੀ ਉਸ ਸਮੇਂ ਭਾਰਤ ਦੇ ਮੁਗਲ ਬਾਦਸ਼ਾਹ ਸੀਗੇ ਜੀ ਅਜ਼ੀਜ਼ ਉਦ-ਦੀਨ ਆਲਮਗੀਰ ਦੂਜਾ, ਸ਼ਾਰਟ ਚ ਇਕੱਲਾ ਆਲਮਗੀਰ ਦੂਜਾ ਵੀ ਕਹਿ ਦਿੰਦੇ ਹਾਂ। ਇਹ ਲੜਾਈ ਜਿਹੜੀ ਹੈਗੀ 23 ਜੂਨ 1757 ਨੂੰ ਹੋਈ ਸੀਗੀ ਤੇ ਲੜਾਈ ਦਾ ਪ੍ਰਮੁੱਖ ਕਾਰਨ ਸੀਗਾ ਕਿ ਇੱਕ ਬਲੈਕ ਹੋਲ ਘਟਨਾ ਵਾਪਰੀ ਸੀਗੀ ਜੀ ਸਿਰਾਜ ਉਦ ਦੌਲਾ ਦੇ ਸਮੇਂ ਦੇ ਵਿੱਚ। ਉਸ ਕਾਰਨ ਕਰਕੇ ਇਹ ਲੜਾਈ ਦੀ ਜਿਹੜੀ ਆ ਸ਼ੁਰੂਆਤ ਹੁੰਦੀ ਹੈ, ਯਾਨੀ ਕਿ ਅੰਗਰੇਜ਼ਾਂ ਨੂੰ ਇੱਕ ਬਹਾਨਾ ਜਿਹੜਾ ਹੈ ਉਹ ਮਿਲ ਜਾਂਦਾ ਹੈ। ਇਹ ਲੜਾਈ 2 ਸ਼ਾਸਕਾਂ ਜਾਂ 2 ਸ਼ਕਤੀਆਂ ਦੇ ਵਿਚਕਾਰ ਹੁੰਦੀ ਹੈ, ਇੱਕ ਗ੍ਰੇਟ ਬ੍ਰਿਟੇਨ ਤੇ ਦੂਸਰਾ ਬੰਗਾਲ ਦੇ ਨਵਾਬ ਦੇ ਵਿਚਕਾਰ। ਗ੍ਰੇਟ ਬ੍ਰਿਟੇਨ ਦੇ ਵੱਲੋਂ ਰਾਬਰਟ ਕਲਾਈਵ ਸੀਗਾ ਜਿਹੜਾ ਉਹ ਲੜ ਰਿਹਾ ਸੀਗਾ ਤੇ ਬੰਗਾਲ ਦੇ ਨਵਾਬ ਦੇ ਰੂਪ ਦੇ ਵਿੱਚ ਸਿਰਾਜ ਉਦ ਦੌਲਾ ਜਿਹੜੇ ਹੈਗੇ ਆ ਉਹ ਲੜ ਰਹੇ ਸੀਗੇ। ਗ੍ਰੇਟ ਬ੍ਰਿਟੇਨ ਦੇ ਵਿੱਚ ਕੁਝ ਮੇਜਰ ਵੀ ਸੀਗੇ ਜਿਨ੍ਹਾਂ ਦੇ ਵਿੱਚੋਂ ਕਿਲਪ੍ਰਟ੍ਰਿਕ ਜਿਹੜੇ ਸੀਗੇ, ਮੇਜਰ ਗ੍ਰਾਂਟ ਸੀਗੇ, ਮੀਰ ਜਾਫਰ ਅਲੀ ਖਾਨ ਜਿਹੜੇ ਸੀਗੇ ਜੋ ਕਿ ਦਲ ਬਦਲੂ ਦੇ ਰੂਪ ਦੇ ਵਿੱਚ ਜਾਣੇ ਜਾਂਦੇ ਆ, ਉਹ ਵੀ ਇਹਨਾਂ ਵੱਲ ਸੀਗੇ। ਹਾਲਾਂਕਿ ਮੀਰ ਜਾਫਰ ਜਿਹੜਾ ਹੈ ਉਹ ਸਿਰਾਜ ਉਦ ਦੌਲਾ ਦੇ ਅੰਡਰ ਕੰਮ ਕਰ ਰਿਹਾ ਸੀਗਾ, ਉਹਦੇ ਸੈਨਿਕ ਰੂਪ ਦੇ ਵਿੱਚ ਕੰਮ ਕਰ ਰਿਹਾ ਸੀਗਾ, ਪਰ ਇਸ ਨੇ ਸਿਰਾਜ ਉਦ ਦੌਲਾ ਨੂੰ ਧੋਖਾ ਦੇ ਕੇ ਬ੍ਰਿਟੇਨ ਦੇ ਨਾਲ ਆਪਣੇ ਜਿਹੜੇ ਹੱਥ ਮਿਲਾ ਲਿੱਤੇ ਸੀ, ਕਿਉਂਕਿ ਬ੍ਰਿਟੇਨ ਨੇ ਇਹਨੂੰ ਇੱਕ ਵਾਅਦਾ ਕੀਤਾ ਸੀ ਕਿ ਜੇਕਰ ਉਹ ਸਿਰਾਜ ਉਦ ਦੌਲਾ ਨੂੰ ਹਰਾਉਣ ਦੇ ਵਿੱਚ ਸਾਡੀ ਮਦਦ ਕਰੇਗਾ ਤਾਂ ਅਸੀਂ ਤੁਹਾਨੂੰ ਜਿਹੜਾ ਹੈ ਬੰਗਾਲ ਦਾ ਨਵਾਬ ਬਣਾ ਦੇਵਾਂਗੇ। ਇਸ ਕਰਕੇ ਮੀਰ ਜਾਫਰ ਜਿਹੜਾ ਉਹ ਅੰਗਰੇਜ਼ਾਂ ਦੇ ਨਾਲ ਮਿਲ ਗਿਆ ਸੀਗਾ। ਮੇਜਰ ਆਇਰਕੂਟ ਜਿਹੜੇ ਹੈ ਇਹ ਵੀ ਬ੍ਰਿਟੇਨ ਦੇ ਵੱਲੋਂ ਸੀਗੇ। ਉਸ ਤੋਂ ਇਲਾਵਾ ਸਿਰਾਜ ਉਦ ਦੌਲਾ ਦੇ ਨਾਲ ਜਿਹੜੇ ਕੰਮ ਕਰ ਰਹੇ ਸੀਗੇ ਦੀਵਾਨ ਮੋਹਨ ਲਾਲ, ਮੀਰ ਮਦਨ, ਯਾਰ ਲਤੂਫ ਖਾਨ ਜਿਹੜਾ ਹੈ ਇਹ ਵੀ ਵਿਵਾਦ ਦੇ ਵਿੱਚ ਅੰਗਰੇਜ਼ਾਂ ਦੇ ਨਾਲ ਹੀ ਮਿਲ ਗਿਆ ਸੀਗਾ, ਹਾਲਾਂਕਿ ਇਹ ਸੈਨਾਪਤੀ ਜਿਹੜਾ ਹੈ ਸਿਰਾਜ ਉਦ ਦੌਲਾ ਦਾ ਹੀ ਸੀਗਾ। ਤੀਸਰਾ ਸੀਗਾ ਜੀ ਰਾਏ ਦੁਰਲਭ ਜੋ ਕਿ ਇੱਕ ਭਗੌੜਾ ਸੀ ਜੋ ਛੱਡ ਗਿਆ ਸੀ, ਕਿਉਂਕਿ ਇਹਦਾ ਵੀ ਮੁੱਖ ਕੰਮ ਇਹੀ ਸੀਗਾ ਕਿ ਇਹ ਅੰਗਰੇਜ਼ਾਂ ਦੇ ਨਾਲ ਮਿਲਣਾ ਚਾਹੁੰਦਾ ਸੀਗਾ। ਸੋ ਇਹ 3 ਵਿਅਕਤੀ ਸੀਗੇ ਜਿਨ੍ਹਾਂ ਨੇ ਦਲ ਬਦਲ ਕੇ ਸਿਰਾਜ ਉਦ ਦੌਲਾ ਨੂੰ ਧੋਖਾ ਦਿੱਤਾ। ਹਾਲਾਂਕਿ ਇਹ ਤਿੰਨੋਂ ਵਿਅਕਤੀ ਮੀਰ ਜਾਫਰ, ਯਾਰ ਲਤੂਫ ਖਾਨ ਅਤੇ ਰਾਏ ਦੁਰਲਭ ਇਹ ਸਿਰਾਜ ਉਦ ਦੌਲਾ ਦੇ ਸੈਨਾਪਤੀ ਸੀ, ਜਿਹਦੀ ਬਦੌਲਤ ਜਿਹੜਾ ਹੈਗਾ ਸਿਰਾਜ ਉਦ ਦੌਲਾ ਹਾਰ ਜਾਂਦਾ ਹੈਗਾ ਤੇ ਬ੍ਰਿਟਿਸ਼ ਜਿਹੜੇ ਹੈ ਉਹ ਜੇਤੂ ਰਹਿੰਦੇ ਹੈਗੇ ਆ। ਪਰ ਆਹ 2 ਵਿਅਕਤੀ ਜਿਹਦੇ ਵਿੱਚ ਦੀਵਾਨ ਮੋਹਨ ਲਾਲ ਅਤੇ ਮੀਰ ਮਦਨ ਇਹ ਦੋਨੋਂ ਵਿਅਕਤੀ ਜਿਹੜੇ ਆ ਸਿਰਾਜ ਉਦ ਦੌਲਾ ਨੂੰ ਬੜਾ ਡੂੰਘਾ ਸਹਿਯੋਗ ਦਿੰਦੇ ਆ, ਪਰ ਦੋਨੋਂ ਵਿਅਕਤੀ ਕੁਝ ਨਹੀਂ ਕਰ ਸਕਦੇ ਕਿਉਂਕਿ ਇੱਕ ਦਾ ਜਿਹੜਾ ਪਲੜਾ ਹੈ ਉਹ ਭਾਰੀ ਹੋ ਜਾਂਦਾ ਹੈ, ਕਿਉਂਕਿ ਗਦਾਰੀ ਜਿਹੜੀ ਉੱਥੇ ਦੇਖਣ ਨੂੰ ਮਿਲ ਰਹੀ ਸੀਗੀ। ਓਕੇ,
ध्यान नाल नोट करियो, मीर जाफर, जार लुत्फ खान, राय दुर्लभ, ये तीनों व्यक्ति हालांकि सैनापति सीगे सिराज उद दौला दे, पर इन्हां ने धोखा दे के सिराज उद दौला नूं अंग्रेज़ां दे नाल संधि कर लैती सी कि असीं तुहाडे अंडर काम करांगे। सिट्टा इस लड़ाई दा की निकलदा है कि अंग्रेज़ जेतू रहिंदे हैगे ते क्लाइव नूं जिहड़ा है वो बंगाल दा गवर्नर जनरल नियुक्त कर दिता जांदा हैगा गा, जिस दे नाल ब्रिटिशां दा जिहड़ा है वो बंगाल दे उपर अपना कब्जा पूरा हो जाता है। तो बंगाल का जिहड़ा नवाब है वादे के अकॉर्डिंग जिहड़ा है मीर जाफर नूं बना दिता जाता है, जिसने कि ब्रिटिशां नूं जिहड़ा हैगा गा उन्हां दी लड़ाई दे विच सहयोग दिता सीगा। नैक्सट है 12 नंबर क्वेश्चन, भारत दे विच चार बाग शैली दी आर्कीटैक्चर जिहड़ी है वो किसने पेश की है? मुगलों ने की है, राजपूतां ने की है, मौर्या ने की है, जां मराठियां ने की है? ਭਾਰਤ ਦੇ ਵਿੱਚ ਚਾਰ ਬਾਗਾਂ ਦੀ ਜਿਹੜੀ ਸ਼ੁਰੂਆਤ ਕੀਤੀ ਹੈਗੀ ਉਹ ਮੁਗਲਾਂ ਦੇ ਦੁਆਰਾ ਕੀਤੀ ਗਈ ਹੈ, ਕਿਉਂਕਿ ਇਸ ਆਰਕੀਟੈਕਚਰ ਨੂੰ ਜਿਹੜਾ ਹੈ ਮੁਗਲ ਲੈ ਕੇ ਆਏ ਸੀ ਭਾਰਤ ਦੇ ਵਿੱਚ। ਚਾਰ ਬਾਗ ਦਾ ਮਤਲਬ ਹੈ ਚਾਰ ਬਾਗ, ਸਿੰਪਲ ਜਿਹਾ ਅਰਥ ਹੈ, ਠੀਕ ਹੈ। ਉਹਦੇ ਆਧਾਰ ਦੇ ਉੱਪਰ ਹੈ ਚਾਰ ਬਾਗ ਦਾ ਕਨਸੈਪਟ ਜਿਹੜਾ ਹੈ ਭਾਰਤ ਦੇ ਵਿੱਚ ਮੁਗਲ ਲੈ ਕੇ ਆਏ ਸੀਗੇ, ਤੇ ਮੁਗਲਾਂ ਦੇ ਵਿੱਚੋਂ ਜੇਕਰ ਸ਼ਾਸਕ ਪੁੱਛ ਲੈਂਦੇ ਹੈਗੇ ਆ तो है बाबर। बाबर जिहड़ा है वो चार बाग का जिहड़ा कंसैप्ट है साडे भारत दे विच लैके आया सीगा, जो कि तुसीं पिक्चर दे विच भी देख सकते हो, चार बाग की एक पिक्चर हैगी। ओके, नैक्सट है जी 13 नंबर, हेठ दित्तिआं दे विचों कौन भारत दे तोते दे वजों मशहूर है? पैरट ऑफ इंडिया, तानसेन, इबन बतूता, अमीर खुसरो जां जियाउद्दीन बुरानी। सो इन्हां दे विचों जी अमीर खुसरो जिहड़ा है इसनूं पैरट ऑफ इंडिया यानी कि भारत के तोते के नाम नाल जाणिया जांदा है, जां तोती ए हिंद के नाम नाल भी इसनूं जाणिया जांदा है। काफ़ी प्रमुख है तो काफ़ी ज़्यादा इंपॉर्टेंट है, बहुत सारे एग्जाम के विच इस व्यक्ति नूं लैके काफ़ी सारे क्वेश्चन बनते हैगे नेगे। अमीर खुसरो जिहड़ा हैगा गा ये 1253 तो लैके 1325 तक जिहड़ा है मौजूद रहिंदा है, जिस दे विच काफ़ी सारियां जिहड़ियां सुविधावां साडे भारत दे विच दे के जांदा, जिहदी बदौलत इसनूं आपां काफ़ी सारियां चीज़ां दे पितामह दे रूप दे विच जाणदे हां। पूरा नाम इसका जिहड़ा है अबुल हसन यामीन उद दीन खुसरो इसका पूरा नाम सी। वैसे नॉर्मली आपां इहनूं अमीर खुसरो दे नाम नाल जाणदे हैगे। ये एक इंडो फारसी सूफी गायक सीगा, संगीतकार सीगा, कवि सीगा ते नाल ही एक विद्वान के रूप दे भी काम कर रहा सीगा। ये मीर खुसरो सीगा जिहड़ा ये दिल्ली सल्तनत के समय दे विच रहा सीगा, उस समय दे विच उसने काफ़ी सारे शासकों के अंडर काम किया सीगा, अते ये उर्दू का पहला कवि है, ये उर्दू का पहला कवि है। अते नाल ही इसदे जेकर आपां इहनूं गल करिए यह निज़ामुद्दीन औलिया का जिहड़ा चेला सीगा, यानी कि इस जिहड़े गुरु रहे सीगे निज़ामुद्दीन औलिया रहे सीगे। ओके, और ये उन्हां दा चेला रहा सीगा अमीर खुसरो। इहदी प्रसिद्धि 3-4 टॉपिकों तो होंदी है। एक तो इन्हों भारत की आवाज़ कहा जाता है, क्योंकि यह भारत का बिल्कुल पहला जिहड़ा है गायक है, फस्ट गायक है, फस्ट सिंगर है। इस तो इलावा इसनूं भारत का तोता भी कहा जाता है, यानी कि तोता ए हिंद, ये भी इसनूं जिहड़ा है वो कह दिता जाता है। उर्दू साहित्य का पितामह जिहड़ा हैगा वो भी अमीर खुसरो नूं कहा जाता है, क्योंकि इस द्वारा जिहड़ा हैगा सब तो पहला उर्दू साहित्य लिखना शुरू होया सीगा। इन्हां तो इलावा इसने भारत दे विच कई सारियां चीज़ां नूं होर भी लिआंदा, जिहदे आधार दे उपर आपां उन्हां सारियां दे पितामह दे रूप दे विच इसनूं याद करदे हां। जिवें कि गज़ल दे पितामह कहा जाता है, कवाली दे पितामह कहा जाता है, रवाई दे पितामह कहा जाता है, तरना दे पितामह कहा जाता है, क्योंकि ये चारों चीज़ां जिहड़ियां ने अमीर खुसरो ने डिवेलप कीतियां सीगियां भारत दे विच। इस तो इलावा इन्हां ने एक साज जिहदा नाम है सितार, सितार की काढ़ भी जिहड़ी हैगी वो अमीर खुसरो के द्वारा ही की गई हैगी। सो ये पहला व्यक्ति है जिसने कि सितार नूं होंद दे विच लिआंदा सीगा, जो कि एक म्यूजिकल इंस्ट्रूमेंट हैगा। नैक्सट है जी 14 नंबर, भारत के इतिहास के विच डैश के विचकार की म्याद नूं दिल्ली सल्तनत काल के वजों जाणिया जाता है। 1206 तो लैके 1526 तक, 1456 तो लैके 1675 तक, 745 तो लैके 1245 तक, 1105 तो लैके 1445 तक। दिल्ली सल्तनत का पीरियड जरूर पूछा जाता है। ये हो ही नहीं सकता कि दिल्ली सल्तनत का सवाल किसी भी पेपर के विच ना आया हो जेकर वो सिलेबस के मैंशन है, क्योंकि बहुत बड़ा टॉपिक है तो ये एक क्वेश्चन तुहानूं आना ही आना है, वो किसी भी तरह का हो सकता है। तो भारत के इतिहास के 1206 तो लैके 1526 तक का जोड़ा समा है वो दिल्ली सल्तनत का कहलाता है। दिल्ली सल्तनत इसनूं इस करके कहा जाता है क्योंकि इन्हां शासकों के द्वारा दिल्ली के उपर कब्जा करके बाकी के सारे खेतर के उपर अपना जिहड़ा है अधिकार जमाया गया सी। सेंटर इन्हां दा जिहड़ा है वो दिल्ली रहा सीगा। भारत के इतिहास के 1206 तो लैके
1206 ਤੋਂ ਲੈ ਕੇ 1526 ਈਸਵੀ ਤੱਕ ਦਾ ਸਮਾਂ ਸਾਰਾ ਜਿਹੜਾ ਹੈ ਉਹ ਦਿੱਲੀ ਸਲਤਨਤ ਦਾ ਕਹਾਉਂਦਾ ਹੈਗਾ ਗਾ। ਇਹ ਪੂਰਾ 300 ਸਾਲ ਦਾ ਪੀਰੀਅਡ ਹੈਗਾ ਗਾ, ਜਿਸ ਦੇ ਵਿੱਚ 5 ਰਾਜਵੰਸ਼ ਜਿਹੜੀਆਂ ਜਾਂ 5 ਡਾਇਨੈਸਟੀਆਂ ਜਿਹੜੀਆਂ ਨੇਗੀਆਂ ਉਹ ਦਿੱਲੀ ਦੇ ਉੱਪਰ ਰਾਜ ਕਰਦੀਆਂ ਨੇ। ਉਹਦੇ ਆਧਾਰ ਦੇ ਉੱਪਰ ਆਪਾਂ ਇਸ ਨੂੰ ਦਿੱਲੀ ਸਲਤਨਤ ਕਹਿ ਦਿੰਦੇ ਹੈਗੀਆਂ। ਕਿ ਸਭ ਤੋਂ ਪਹਿਲਾ ਵੰਸ਼ ਸੀਗਾ ਮਾਮਲੂਕ, ਜਿਹਨੂੰ ਕਿ ਗੁਲਾਮ ਵੰਸ਼ ਵੀ ਕਿਹਾ ਜਾਂਦਾ ਹੈ, ਜਿਸ ਨੇ ਕਿ 1206 ਤੋਂ ਲੈ ਕੇ 1290 ਈਸਵੀ ਤੱਕ ਸ਼ਾਸਨ ਕੀਤਾ ਸੀਗਾ। 1206 ਤੋਂ ਲੈ ਕੇ 1290 ਈਸਵੀ ਤੱਕ ਸ਼ਾਸਨ ਕੀਤਾ ਸੀ। ਦੂਸਰਾ ਵੰਸ਼ ਸੀਗਾ ਕਿ ਖਲਜੀ ਵੰਸ਼, ਜਿਹਨੇ ਕਿ 1290 ਤੋਂ ਲੈ ਕੇ 1320 ਈਸਵੀ ਤੱਕ ਸ਼ਾਸਨ ਕੀਤਾ ਸੀਗਾ। ਖਲਜੀ ਵੰਸ਼ ਨੇ ਜਿਹੜਾ ਹੈ 1290 ਤੋਂ ਲੈ ਕੇ 1320 ਈਸਵੀ ਤੱਕ ਸ਼ਾਸਨ ਕੀਤਾ ਸੀਗਾ। ਤੀਸਰਾ ਵੰਸ਼ ਸੀਗਾ ਤੁਗਲਕ ਵੰਸ਼, ਜਿਹਨੂੰ ਕਿ 1320 ਤੋਂ ਲੈ ਕੇ 1398 ਈਸਵੀ ਤੱਕ ਜਿਹੜਾ ਹੈ ਸ਼ਾਸਨ ਕੀਤਾ ਸੀਗਾ। ਅਤੇ ਚੌਥਾ ਵੰਸ਼ ਸੀਗਾ ਜੀ ਸਜਦ ਵੰਸ਼, ਜਿਹਨੇ ਕਿ 1414 ਤੋਂ ਲੈ ਕੇ 1451 ਤੱਕ ਸ਼ਾਸਨ ਕੀਤਾ ਸੀਗਾ। ਅਤੇ ਲਾਸਟ ਤੇ ਪੰਜਵਾਂ ਸੀਗਾ ਜੀ ਲੋਧੀ ਵੰਸ਼, ਤਾਂ ਦੇਣਾ ਪੈਂਦਾ ਹੈ ਲੋਧੀ ਵੰਸ਼, ਜਿਸ ਨੇ ਕਿ 1451 ਤੋਂ ਲੈ ਕੇ 1526 ਈਸਵੀ ਤੱਕ ਸ਼ਾਸਨ ਕੀਤਾ ਸੀ। ਇਸ ਤੋਂ ਬਾਅਦ ਦਿੱਲੀ ਸਲਤਨਤ ਜਿਹੜਾ ਹੈ ਉਹ ਸਮਾਪਤ ਹੋ ਜਾਂਦਾ ਹੈਗਾ ਗਾ ਅਤੇ ਹੋਰ ਵੰਸ਼ ਜਿਹੜੇ ਹੈਗੇ ਨੇ ਉਹ ਭਾਰਤ ਦੇ ਵਿੱਚ ਸ਼ੁਰੂ ਹੋ ਜਾਂਦੇ ਹੈਗੇ ਆ, ਜਿਨ੍ਹਾਂ ਦੇ ਵਿੱਚੋਂ ਮੁਗਲ ਵੰਸ਼ ਜਿਹੜਾ ਹੈ ਪ੍ਰਮੁੱਖ ਹੈ। ਬਾਬਰ ਦੀ ਐਂਟਰੀ ਹੁੰਦੀ ਹੈਗੀ ਆ ਇਸ ਤੋਂ ਬਾਅਦ। ਨੈਕਸਟ ਹੈ ਜੀ 15 ਨੰਬਰ, ਮੁਗਲ ਦੇ ਸਦਰ ਭਵ ਦੇ ਵਿੱਚ ਹੇਠ ਦਿੱਤਿਆਂ ਦੇ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਆ। ਮੁਗਲ ਦਰਬਾਰੀ ਇਤਿਹਾਸ ਉਹਨਾਂ ਨੂੰ ਇੱਕ ਮਹਾਨ ਇਰਾਨੀ ਰਾਜੇ ਅਫਸਾਰਬੀਆ ਦੇ ਵੰਸ਼ਜ ਦੇ ਵਜੋਂ ਦਰਸਾਉਂਦਾ ਹੈਗਾ ਗਾ। ਬਾਬਰ ਨੂੰ ਉਜ਼ਬੇਕਾਂ ਨੇ ਉਸਦੇ ਵਤਨ ਫਰਗਾਨਾ ਤੋਂ ਬਾਹਰ ਕੱਢ ਦਿੱਤਾ ਸੀ ਜਾਂ ਧੱਕ ਦਿੱਤਾ ਸੀਗਾ। ਬਾਬਰ ਆਪਣੀ ਮਾਂ ਦੇ ਪੱਖ ਤੋਂ ਚੰਗੇਜ਼ ਖਾਨ ਦੇ ਨਾਲ ਸੰਬੰਧ ਸੀਗਾ ਅਤੇ ਉਹ ਪਿਤਾ ਪੁਰਖੀ ਪਾਸੇ ਤੋਂ ਤੈਮੂਰ ਸੁਲਤਾਨ ਦੇ ਨਾਲ ਸੰਬੰਧਿਤ ਸੀਗਾ। ਇਹਨਾਂ ਦੇ ਵਿੱਚੋਂ ਸਹੀ ਨਹੀਂ ਹੈ ਉਹ ਹੈ ਜੀ ਇਹ ਆਪਸ਼ਨ। ਮੁਗਲ ਦਰਬਾਰ ਇਤਿਹਾਸਕਾਰ ਜਿਹੜਾ ਹੈ ਇਤਿਹਾਸ ਹੈ ਉਹ ਇੱਕ ਮਹਾਨ ਇਰਾਨੀ ਰਾਜੇ ਅਫਰਾਸੀਅਤ ਦੇ ਨਾਲ ਸੰਬੰਧਿਤ ਹੈ। ਇਹ ਗਲਤ ਹੈ, ਕਿਉਂਕਿ ਅਸਲ ਦੇ ਵਿੱਚ ਜਿਹੜਾ ਬਾਬਰ ਹੈ ਉਹ ਦੋ ਵੰਸ਼ ਦੇ ਨਾਲ ਰਿਲੇਟਡ ਹੈ, ਕਿਉਂਕਿ ਜਿਹੜੀ ਉਸਦੀ ਮਾਤਾ ਸੀਗੀ ਉਹ ਚੰਗੇਜ਼ ਖਾਨ ਦੇ ਵੰਸ਼ ਦੇ ਨਾਲ ਰਿਲੇਟਡ ਸੀਗੀ ਅਤੇ ਉਹਦੇ ਜਿਹੜੇ ਪਿਤਾ ਸੀਗੇ ਜੀ ਉਹ ਤੈਮੂਰ ਵੰਸ਼ ਦੇ ਨਾਲ ਰਿਲੇਟਡ ਸੀਗੇ। ਸੋ ਇਸ ਕਰਕੇ ਸਹੀ ਹੈਗਾ ਗਾ। ਅਤੇ ਬਾਬਰ ਨੂੰ ਜਿਹੜਾ ਹੈ ਉਜ਼ਬੇਕਾਂ ਨੇ ਜਿਹੜਾ ਹੈ ਫਰਾਗਨਾ ਤੋਂ ਬਾਹਰ ਕੱਢ ਦਿੱਤਾ ਸੀ। ਇਹ ਪੁਆਇੰਟ ਵੀ ਇਸ ਦੇ ਵਿੱਚ ਸਹੀ ਆ ਜਾਂਦਾ, ਬਟ ਇਹ ਆਨਸਰ ਇੱਥੇ ਗਲਤ ਹੋ ਜਾਂਦਾ ਹੈ। ਓਕੇ, ਬਾਬਰ ਜਿਹੜਾ ਹੈ ਇਹ ਮੁਗਲ ਸਾਮਰਾਜ ਦਾ ਸੰਸਥਾਪਕ ਹੈ, ਜਿਸ ਨੇ ਕਿ 1526 ਦੇ ਵਿੱਚ ਜਿਹੜਾ ਹੈ ਮੁਗਲ ਵੰਸ਼ ਦੀ ਸਥਾਪਨਾ ਕੀਤੀ ਸੀਗੀ ਪਾਣੀਪਤ ਦੀ ਪਹਿਲੀ ਲੜਾਈ ਤੋਂ ਬਾਅਦ। ਅਤੇ ਨਾਲ ਹੀ ਇਸ ਨੇ ਆਪਣੀਆਂ ਕਾਫੀ ਸਾਰੀਆਂ ਰਾਜਧਾਨੀਆਂ ਬਣਾਈਆਂ ਸੀਗੀਆਂ ਭਾਰਤ ਦੇ ਵਿੱਚ। ਸਭ ਤੋਂ ਪਹਿਲਾਂ ਇਸ ਨੇ ਆਪਣੀ ਰਾਜਧਾਨੀ ਆਗਰਾ ਬਣਾਈ ਸੀ, ਫਿਰ ਇਸ ਤੋਂ ਬਾਅਦ ਦਿੱਲੀ ਬਣਾਈ, ਦਿੱਲੀ ਤੋਂ ਬਾਅਦ ਲਾਹੌਰ, ਫਿਰ ਫਤਿਹਪੁਰ ਸੀਕਰੀ ਜਿਹੜੀ ਹੈ ਇਹਨਾਂ ਦੀ ਰਾਜਧਾਨੀ ਰਹੀ ਹੈ ਮੁਗਲ ਸਾਮਰਾਜ ਦੇ ਅਧੀਨ। ਤੇ ਪ੍ਰਮੁੱਖ ਰਾਜਧਾਨੀਆਂ ਜਿਹੜੀਆਂ ਮੁਗਲ ਸਾਮਰਾਜ ਦੀਆਂ ਰਹੀਆਂ ਹੈਗੀਆਂ ਨੇ। ਪ੍ਰਮੁੱਖ ਭਾਸ਼ਾਵਾਂ ਦੇ ਵਿੱਚ ਫਾਰਸੀ ਭਾਸ਼ਾ ਇਹਨਾਂ ਦੀ ਸਰਕਾਰੀ ਤੇ ਅਦਾਲਤੀ ਭਾਸ਼ਾ ਰਹੀ ਸੀਗੀ। ਇਸ ਤੋਂ ਇਲਾਵਾ ਉਰਦੂ ਭਾਸ਼ਾ ਨੇ ਵੀ ਕਾਫੀ ਜਿਹੜੀ ਇੰਪੋਰਟੈਂਸ ਹੈਗੀ ਆ ਉਹ ਦਿੰਦੇ ਹੁੰਦੇ ਸੀਗੇ। ਧਰਮ ਦੇ ਮਾਮਲੇ ਦੇ ਵਿੱਚ ਗੱਲ ਕਰੀਏ ਤਾਂ ਸੁੰਨੀ ਇਸਲਾਮ ਧਰਮ ਦੇ ਨਾਲ ਇਹ ਰਿਲੇਟਡ ਸੀਗਾ ਅਤੇ ਇੱਕ ਦੀਨ ਇਲਾਹੀ ਅਕਬਰ ਦੇ ਦੁਆਰਾ ਸ਼ੁਰੂ ਕੀਤਾ ਗਿਆ ਧਰਮ ਸੀਗਾ, ਜੋ ਕਿ ਮੁਗਲ ਸਾਮਰਾਜ ਦੇ ਨਾਲ ਹੀ ਰਿਲੇਟਡ ਸੀਗਾ। 16 ਨੰਬਰ ਕੁਐਸਚਨ ਹੈ, ਜਿੱਤ ਦਾ ਸ਼ਹਿਰ ਡੈਸ਼ ਦੇ ਵਿੱਚ ਫਤਿਹਪੁਰ ਸੀਕਰੀ, ਜੋ ਕਿ ਮੁਗਲਾਂ ਦੇ ਸ਼ਾਨਦਾਰ ਰਾਜ ਦੇ ਦੌਰਾਨ ਬਣਾਇਆ ਗਿਆ ਸੀਗਾ, ਇਹ ਕਿੱਥੇ ਹੈ? ਜੈਪੁਰ ਦੇ ਵਿੱਚ ਹੈ, ਬਿਦਰ ਦੇ ਵਿੱਚ ਹੈ, ਅਲੀਗੜ੍ਹ ਦੇ ਵਿੱਚ ਹੈ ਜਾਂ ਫਿਰ ਆਗਰੇ ਦੇ ਵਿੱਚ ਹੈ, ਜਿਹਨੂੰ ਕਿ ਜਿੱਤ ਦਾ ਸ਼ਹਿਰ ਕਿਹਾ ਜਾਂਦਾ ਹੈ। ਇਹ ਹੈ ਜੀ ਆਗਰਾ। ਓਕੇ, ਜਿੱਤ ਦਾ ਸ਼ਹਿਰ ਆਗਰਾ ਡੈਸ਼ ਦੇ ਵਿੱਚ ਜਿਹੜਾ ਹੈ ਆਗਰੇ ਦੇ ਵਿੱਚ ਫਤਿਹਪੁਰ ਸੀਕਰੀ ਜਿਹੜਾ ਹੈ ਉਹ ਸਥਿਤ ਹੈ, ਜਿਸ ਨੂੰ ਕਿ ਮੁਗਲਾਂ ਦੇ ਦੁਆਰਾ ਬਣਾਇਆ ਗਿਆ ਹੈ ਅਤੇ ਮੁਗਲਾਂ ਦੀ ਜਿਹੜੀ ਹੈ ਕੈਪੀਟਲ ਵੀ ਰਿਹਾ ਹੈ, ਆਗਰਾ ਵੀ ਰਿਹਾ ਹੈ ਤੇ ਫਤਿਹਪੁਰ ਸੀਕਰੀ ਵੀ ਰਿਹਾ ਹੈਗਾ ਗਾ। ਓਕੇ, ਫਤਿਹਪੁਰ ਸੀਕਰੀ ਜਿਹੜਾ ਹੈਗਾ ਗਾ ਜੋ ਕਿ ਉੱਤਰ ਪ੍ਰਦੇਸ਼ ਰਾਜ ਦੇ ਵਿੱਚ ਸਥਿਤ ਹੈ ਤੇ ਜ਼ਿਲ੍ਹਾ ਆਗਰੇ ਦੇ ਵਿੱਚ ਸਥਿਤ ਹੈ। ਫਤਿਹਪੁਰ ਸੀਕਰੀ ਦੀ ਸਥਾਪਨਾ 1571 ਦੇ ਵਿੱਚ ਅਕਬਰ ਦੇ ਦੁਆਰਾ ਕੀਤੀ ਗਈ ਸੀਗੀ। ਅਕਬਰ ਨੇ ਇਸ ਸ਼ਹਿਰ ਨੂੰ ਜਿਹੜਾ ਹੈ ਉਹ ਵਸਾਇਆ ਸੀਗਾ ਫਤਿਹਪੁਰ ਸੀਕਰੀ ਨੂੰ, ਜੋ ਕਿ ਉਹਦੀ ਕੈਪੀਟਲ ਵੀ ਰਹੀ ਸੀਗੀ ਬਾਅਦ ਦੇ ਵਿੱਚ। ਠੀਕ ਹੈ, ਜਦੋਂ ਇਸ ਨੂੰ ਜਿਹੜਾ ਬਣਾ ਦਿੱਤਾ ਸੀਗਾ ਉਸੇ ਸਮੇਂ ਹੀ ਮੁਗਲ ਬਾਦਸ਼ਾਹ ਅਕਬਰ ਨੇ ਜਿਹੜਾ ਹੈ ਇਸ ਨੂੰ 1571 ਤੋਂ ਲੈ ਕੇ 1585 ਤੱਕ ਮੁਗਲ ਸਾਮਰਾਜੀ ਐਜ਼ ਏ ਰਾਜਧਾਨੀ ਦੇ ਰੂਪ ਦੇ ਵਿੱਚ ਜਿਹੜਾ ਐਕਸੈਪਟ ਕੀਤਾ ਸੀ, ਯਾਨੀ ਕਿ ਬਣਾਇਆ ਸੀਗਾ। ਇਹ ਸ਼ਹਿਰ ਜਿਹੜਾ ਹੈ ਉਹ ਸੀਕਰੀ ਨਾਮਕ ਪਿੰਡ ਤੋਂ ਲਿਆ ਗਿਆ ਸੀ। ਉੱਥੇ ਇੱਕ ਪਿੰਡ ਸੀ, ਉਹਦੇ ਆਧਾਰ ਦੇ ਉੱਪਰ ਹੀ ਇਸ ਦਾ ਨਾਮ ਜਿਹੜਾ ਹੈ ਉਹ ਫਤਿਹਪੁਰ ਸੀਕਰੀ ਰੱਖ ਦਿੱਤਾ ਗਿਆ ਸੀਗਾ। ਇਸ ਤੋਂ ਇਲਾਵਾ ਬੁਲੰਦ ਦਰਵਾਜ਼ਾ ਜਿਹੜਾ ਹੈ ਉਹ ਜਾਮਾ ਮਸਜਿਦ ਦਾ ਪ੍ਰਵੇਸ਼ ਦੁਆਰ ਵੀ ਕਹਾਉਂਦਾ ਹੈਗਾ, ਸੋ ਉਹ ਵੀ ਇਸੇ ਖੇਤਰ ਦੇ ਵਿੱਚ ਹੀ ਮਿਲਦਾ ਹੈ ਫਤਿਹਪੁਰ ਸੀਕਰੀ ਦੇ ਵਿੱਚ। ਨੈਕਸਟ ਹੈ 17 ਨੰਬਰ, ਲਾਲ ਕਿਲੇ ਤੇ ਆਯੋਜਿਤ ਦ੍ਰਿਸ਼ ਕਲਾ ਪ੍ਰਦਰਸ਼ਨੀ ਨੇ ਡੈਸ਼ ਤੋਂ ਭਾਰਤ ਦੀ ਆਜ਼ਾਦੀ ਤੱਕ ਦੀ ਕਲਾ ਦੇ ਕੰਮਾਂ ਨੂੰ ਪ੍ਰਦਰਸ਼ਿਤ ਕੀਤਾ ਹੈ। 11ਵੀਂ ਸਦੀ ਤੋਂ ਲੈ ਕੇ 12ਵੀਂ ਸਦੀ ਤੋਂ ਲੈ ਕੇ 16ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੋਂ ਲੈ ਕੇ। ਕਰੈਕਟ ਆਨਸਰ ਦਾ ਹੈ 16ਵੀਂ ਸਦੀ।
ਲਾਲ ਕਿਲੇ ਦੇ ਵਿੱਚ ਇੱਕ ਦ੍ਰਿਸ਼ ਕਲਾ ਪ੍ਰਦਰਸ਼ਨੀ ਪ੍ਰਦਰਸ਼ਿਤ ਕੀਤੀ ਗਈ ਹੈ, ਜਿਹਦੇ ਵਿੱਚ ਵੱਖਰੇ ਵੱਖਰੇ ਦ੍ਰਿਸ਼ ਪੇਸ਼ ਕੀਤੇ ਗਏ ਨੇ, ਵੱਖਰੀਆਂ ਵੱਖਰੀਆਂ ਘਟਨਾਵਾਂ ਨੂੰ ਪ੍ਰੈਜ਼ੈਂਟ ਕੀਤਾ ਗਿਆ ਹੈ। ਇਹ ਘਟਨਾਵਾਂ ਇਹਨਾਂ ਨੇ 16ਵੀਂ ਸਦੀ ਤੋਂ ਸ਼ੁਰੂ ਕਰਕੇ ਜਦੋਂ ਤੱਕ ਸਾਡਾ ਭਾਰਤ ਆਜ਼ਾਦ ਨਹੀਂ ਹੋਇਆ ਸੀ ਉਦੋਂ ਤੱਕ ਦੀਆਂ ਸਾਰੀਆਂ ਘਟਨਾਵਾਂ ਨੂੰ ਐਜ਼ ਇਹ ਪਿਕਚਰ ਦੇ ਵਿੱਚ ਪ੍ਰੈਜ਼ੈਂਟ ਕੀਤਾ ਹੈਗਾ ਗਾ। ਇਸੇ ਕਾਰਨ ਕਰਕੇ ਇਸ ਨੂੰ ਜਿਹੜਾ ਹੈ ਦ੍ਰਿਸ਼ ਕਲਾ ਪ੍ਰਦਰਸ਼ਨੀ ਕਿਹਾ ਜਾਂਦਾ ਹੈ, ਜੋ ਕਿ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਸਥਿਤ ਹੈਗੀ ਹੈਗੀ। ਇਹ ਦ੍ਰਿਸ਼ ਕਲਾ ਪ੍ਰਦਰਸ਼ਨੀ 16ਵੀਂ ਸਦੀ ਦੇ ਇਤਿਹਾਸ ਤੋਂ ਲੈ ਕੇ ਭਾਰਤ ਦੀ ਆਜ਼ਾਦੀ ਤੱਕ ਦੀਆਂ ਸਾਰੀਆਂ ਘਟਨਾਵਾਂ ਨੂੰ ਜਿਹੜਾ ਹੈ ਪੇਸ਼ ਕਰਦੀ ਹੈਗੀ। ਇਸ ਖੇਤਰ ਦੇ ਵਿੱਚ ਅੰਮ੍ਰਿਤਾ ਸ਼ੇਰਗਿੱਲ ਤੇ ਰਾਜਾ ਰਵੀ ਵਰਮਾ ਦੀਆਂ ਜਿਹੜੀਆਂ ਪੇਂਟਿੰਗਾਂ ਨੇ ਉਹਨਾਂ ਨੂੰ ਵੀ ਇੱਥੇ ਪ੍ਰੈਜ਼ੈਂਟ ਕੀਤਾ ਗਿਆ ਹੈ, ਤੇ ਪੂਰੇ ਦੇ ਪੂਰੇ ਇਤਿਹਾਸ ਨੂੰ ਬੜੇ ਬਰੀਫਲੀ ਤਰੀਕੇ ਦੇ ਨਾਲ ਇੱਥੇ ਪਿਕਚਰਾਂ ਦੇ ਵਿੱਚ ਜਿਹੜਾ ਹੈ ਉਹ ਪ੍ਰੈਜ਼ੈਂਟ ਕੀਤਾ ਹੋਇਆ ਹੈਗਾ, ਲਾਲ ਕਿਲੇ ਦੇ ਵਿੱਚ ਹੈ। ਨੈਕਸਟ ਹੈ 18 ਨੰਬਰ, ਮੁਗਲ ਕਾਲ ਦੇ ਵਿੱਚ ਸੰਸਕ੍ਰਿਤ ਤੋਂ ਫਾਰਸੀ ਦੇ ਵਿੱਚ ਅਨੁਵਾਦ ਕੀਤੇ ਗਏ ਮਹਾਭਾਰਤ ਨੂੰ ਡੈਸ਼ ਕਿਹਾ ਜਾਂਦਾ ਹੈ। ਤੋਤੀਨਾਮਾ ਕਿਹਾ ਜਾਂਦਾ ਹੈ, ਸ਼ਾਹਨਾਮਾ ਕਿਹਾ ਜਾਂਦਾ ਹੈ, ਰਜ਼ਮਨਾਮਾ ਕਿਹਾ ਜਾਂਦਾ ਹੈ, ਜਾਂ ਬਾਦਸ਼ਾਹ ਨਾਮਾ ਕਿਹਾ ਜਾਂਦਾ ਹੈ। ਮੁਗਲ ਕਾਲ ਦੇ ਵਿੱਚ ਜਿਹੜਾ ਮਹਾਭਾਰਤ ਸੀਗਾ ਉਸ ਨੂੰ ਸੰਸਕ੍ਰਿਤ ਤੋਂ ਫਾਰਸੀ ਦੇ ਵਿੱਚ ਕਨਵਰਟ ਕੀਤਾ ਸੀਗਾ, ਸੰਸਕ੍ਰਿਤ ਤੋਂ ਫਾਰਸੀ ਦੇ ਵਿੱਚ ਕਨਵਰਟ ਕੀਤਾ ਸੀਗਾ, ਅਤੇ ਇਸ ਨੂੰ ਜਿਹੜਾ ਹੈ ਕਨਵਰਟ ਕਰਨ ਤੋਂ ਬਾਅਦ ਇਹਦਾ ਨਾਮ ਵੀ ਚੇਂਜ ਕਰ ਦਿੱਤਾ ਸੀਗਾ, ਜਿਹਦਾ ਨਾਮ ਰੱਖ ਦਿੱਤਾ ਸੀ ਰਜ਼ਮਨਾਮਾ। ਇਹ ਮਹਾਭਾਰਤ ਦਾ ਜਿਹੜਾ ਫਾਰਸੀ ਦੇ ਵਿੱਚ ਨਾਮ ਸੀਗਾ। 1580 ਦੇ ਵਿੱਚ ਮੁਗਲ ਬਾਦਸ਼ਾਹ ਅਕਬਰ ਦੇ ਦੁਆਰਾ, ਧਿਆਨ ਨਾਲ ਸੁਣਨਾ, 1580 ਦੇ ਵਿੱਚ ਮੁਗਲ ਬਾਦਸ਼ਾਹ ਅਕਬਰ ਦੇ ਦੁਆਰਾ ਸੰਸਕ੍ਰਿਤ ਦਾ ਮਹਾਭਾਰਤ ਜਿਹੜਾ ਹੈ ਉਹ ਫਾਰਸੀ ਵਿੱਚ ਅਨੁਵਾਦ ਕਰਾ ਦਿੱਤਾ ਸੀ, ਜਿਸ ਦਾ ਨਾਮ ਰੱਖਿਆ ਸੀਗਾ ਜੀ ਇਹਨਾਂ ਨੇ ਰਜ਼ਮਨਾਮਾ। ਰਜ਼ਮਨਾਮਾ ਦਾ ਅਰਥ ਸੀਗਾ ਜੀ ਯੁੱਧ ਦੀ ਕਿਤਾਬ। ਇਹ ਮਹਾਭਾਰਤ ਆ ਜਾਂਦੀ ਹੈ ਤੇ ਇਹ ਰਜ਼ਮਨਾਮਾ ਹੈ, ਦੋਨਾਂ ਨੂੰ ਜਿਹੜਾ ਹੈ ਸੰਸਕ੍ਰਿਤ ਤੋਂ ਅੱਗੇ ਫਾਰਸੀ ਦੇ ਵਿੱਚ ਕਨਵਰਟ ਕੀਤਾ ਸੀਗਾ। ਠੀਕ ਹੈ ਜੀ, ਮੁਗਲ ਬਾਦਸ਼ਾਹ ਅਕਬਰ ਨੇ 1580 ਦੇ ਵਿੱਚ ਇਸ ਨੂੰ ਕਨਵਰਟ ਕਰਵਾਇਆ ਸੀਗਾ। ਨੈਕਸਟ ਹੈ 19 ਨੰਬਰ, ਮੁਗਲ ਸ਼ਾਸਕਾਂ ਦਾ ਹੇਠ ਲਿਖਣ ਦੇ ਵਿੱਚੋਂ ਕਿਹੜਾ ਕਲਮ ਜਿਹੜਾ ਹੈ ਉਹ ਗਲਤ ਹੈ ਇਹਨਾਂ ਚੋਂ। ਸੋ ਇਹਨਾਂ ਦੇ ਵਿੱਚੋਂ ਗਲਤ ਜਿਹੜਾ ਹੈ ਜੋ ਵੀ ਹੈ ਅਕਬਰ, ਸ਼ਾਹਜਹਾਂ ਅਤੇ ਜਹਾਂਗੀਰ ਜਿਹੜਾ ਹੈ ਉਹ ਗਲਤ ਹੈ ਦੱਸਿਆ ਗਿਆ ਇੱਥੇ। ਓਕੇ, ਠੀਕ ਹੈ। ਸੋ ਇਹਨਾਂ ਦੇ ਵਿੱਚੋਂ ਇਹ ਗਲਤ ਹੈ ਜੀ। ਬਾਕੀ ਜਹਾਂਗੀਰ, ਸ਼ਾਹਜਹਾਂ, ਔਰੰਗਜ਼ੇਬ, ਸੋ ਇਸ ਤਰੀਕੇ ਦੇ ਨਾਲ ਆਉਣੇ ਚਾਹੀਦੇ ਹੈਗੇ ਨੇ ਸਹੀ। ਇਹਨਾਂ ਚੋਂ ਬਾਕੀ ਜਿਹੜੇ ਕਰਮ ਨੇਗੇ ਉਹ ਲਗਭਗ ਸਹੀ ਹੈਗੇ ਨੇਗੇ। ਬੀ ਆਨਸਰ ਇੱਥੇ ਜਿਹੜਾ ਹੈ ਉਹ ਗਲਤ ਰਹੂਗਾ। ਸੋ ਇਹਨਾਂ ਦੀ ਸਾਰੀ ਡਾਇਗਰਾਮ ਹੀ ਸਮਝ ਲੈਂਦੇ ਆਪਾਂ। ਸੋ ਮੁਗਲ ਬਾਦਸ਼ਾਹ ਕਿਸ ਕਿਸ ਰੈਂਕ ਦੇ ਵਿੱਚ ਆਏ ਨੇ। ਸਭ ਤੋਂ ਪਹਿਲਾਂ ਜਿਹੜੇ ਹੈਗੇ ਆ ਜੀ ਬਾਬਰ ਆਉਂਦੇ ਆ 1526 ਤੋਂ ਲੈ ਕੇ 1530 ਤੱਕ। ਉਸ ਤੋਂ ਬਾਅਦ ਹਮਾਯੂ ਆਉਂਦੇ ਹੈਗੇ ਆ ਜੀ 1530 ਤੋਂ ਲੈ ਕੇ 1556 ਤੱਕ। ਇਸ ਤੋਂ ਬਾਅਦ ਇਹ ਵੀ ਯਾਦ ਰੱਖਣਾ ਹੈ ਕਿ ਇਹਦੇ ਪੀਰੀਅਡ ਦੇ ਦੌਰਾਨ ਸ਼ੇਰਸ਼ਾਹ ਸੂਰੀ ਵੀ ਆਉਂਦਾ ਹੈ। 1540 ਦੇ ਵਿੱਚ ਚੌਸਾ ਦੀ ਲੜਾਈ ਦੇ ਵਿੱਚ ਹਮਾਯੂ ਹਾਰ ਜਾਂਦਾ ਹੈਗਾ। ਫਿਰ ਇਸ ਤੋਂ ਬਾਅਦ 1545 ਤੱਕ ਜਿਹੜਾ ਹੈ ਸ਼ੇਰਸ਼ਾਹ ਸੂਰੀ ਦੇ ਵੰਸ਼ ਦਾ ਸ਼ਾਸਨ ਰਹਿੰਦਾ ਹੈ। 1545 ਤੋਂ ਬਾਅਦ ਫਿਰ ਜਿਹੜਾ ਹੈ ਅੱਗੇ ਜਾ ਕੇ ਮਤਲਬ ਇਹਨਾਂ ਦੇ ਵੰਸ਼ ਦਾ ਹੀ ਜਿਹੜਾ ਸਿਸਟਮ ਚੱਲਦਾ ਰਹਿੰਦਾ ਹੈ। ਪਰ ਅੱਗੇ 1555 ਦੇ ਵਿੱਚ ਜਾ ਕੇ ਹਮਾਯੂ ਫਿਰ ਤੋਂ ਸ਼ੇਰਸ਼ਾਹ ਸੂਰੀ ਵੰਸ਼ ਨੂੰ ਹਰਾ ਕੇ ਭਾਰਤ ਦੇ ਵਿੱਚ ਫਿਰ ਤੋਂ ਮੁਗਲ ਵੰਸ਼ ਦੀ ਸਥਾਪਨਾ ਕਰ ਦਿੰਦਾ ਹੈਗਾ। ਇਸ ਤੋਂ ਇਲਾਵਾ ਤੀਸਰੇ ਵੰਸ਼ ਦੇ ਵਿੱਚ ਆਉਂਦਾ ਹੈ ਜੀ ਅਕਬਰ, ਜਿਹੜੇ ਕਿ 1556 ਤੋਂ ਲੈ ਕੇ 1605 ਤੱਕ ਜਿਹੜਾ ਹੈਗਾ ਸ਼ਾਸਨ ਕਰਦੇ ਹੈਗੇ। ਇਹ ਤੀਸਰੇ ਸ਼ਾਸਕ ਆ ਜਾਂਦੇ ਹੈ। ਚੌਥੇ ਹੈਗੇ ਜੀ ਜਹਾਂਗੀਰ, ਜੋ ਕਿ 1605 ਤੋਂ ਲੈ ਕੇ 1627 ਤੱਕ ਰਾਜ ਕਰਦੇ ਹੈਗੇ ਨੇ। ਜਹਾਂਗੀਰ ਤੋਂ ਬਾਅਦ ਸ਼ਾਹਜਹਾਂ ਆਉਂਦੇ ਆ, ਜੋ ਕਿ ਉਹਨਾਂ ਦੇ ਪੁੱਤਰ ਸੀਗੇ ਜੀ। ਇਹ 1627 ਤੋਂ ਲੈ ਕੇ 1657 ਤੱਕ ਸ਼ਾਸਨ ਕਰਦੇ ਹੈਗੇ ਨੇਗੇ। 1627 ਤੋਂ ਲੈ ਕੇ 1657 ਤੱਕ। ਪੰਜਵੇਂ ਆ ਜਾਂਦੇ ਹੈਗੇ ਜੀ ਔਰੰਗਜ਼ੇਬ, ਜਿਹੜੇ ਕਿ 1658 ਤੋਂ ਲੈ ਕੇ 1707 ਤੱਕ ਸ਼ਾਸਨ ਕਰਦੇ ਹੈਗੇ ਆ। ਇਹ ਸਭ ਤੋਂ ਆਖਰੀ ਬਹਾਦਰ ਸ਼ਾਸਕਾਂ ਦੇ ਵਿੱਚੋਂ ਇੱਕ ਗਿਣਿਆ ਜਾਂਦਾ ਹੈ ਮੁਗਲਾਂ ਦੇ ਵਿੱਚੋਂ। ਠੀਕ ਹੈ, ਆਖਰੀ ਬਹਾਦਰ ਬਾਦਸ਼ਾਹ ਜਿਹਨੂੰ ਕਹਿ ਸਕਦੇ ਹੈਗੇ ਆ। ਇਸ ਤੋਂ ਬਾਅਦ ਆਖਰੀ ਬਾਦਸ਼ਾਹ ਜਿਹੜਾ ਹੈ ਉਹ ਹੈ ਬਹਾਦਰ ਸ਼ਾਹ ਜ਼ਫਰ, ਜਿਹੜਾ ਕਿ ਬ੍ਰਿਟਿਸ਼ਾਂ ਦੇ ਦੌਰਾਨ ਲੜਦਾ ਹੋਇਆ ਜਿਹੜਾ ਹੈ ਉਹ ਮਾਰਿਆ ਗਿਆ ਸੀ ਤਕਰੀਬਨ 1863 ਦੀ ਜਿਹੜੀ ਗੱਲ ਹੈ। ਉਸ ਤੋਂ ਬਾਅਦ ਇਹਨੂੰ ਰੈਗੂਨ ਦੇ ਵਿੱਚ ਜੇਲ੍ਹ ਦੇ ਵਿੱਚ ਦੇਹਾਂਤ ਹੋ ਜਾਂਦਾ, ਜਿਸ ਤੋਂ ਬਾਅਦ ਮੁਗਲ ਵੰਸ਼ ਜਿਹੜਾ ਹੈ ਉਹ ਸਮਾਪਤ ਹੋ ਜਾਂਦਾ ਹੈਗਾ। ਓਕੇ, ਨੈਕਸਟ ਹੈ ਜੀ ਅੱਗੇ ਲਾਸਟ ਕੁਐਸਚਨ ਦਾ ਇੱਕ ਥੰਮ ਜਿਸ ਦੇ ਵਿੱਚ 3 ਵੱਖ-ਵੱਖ ਸਮੇਂ ਦੇ ਸ਼ਿਲਾਲੇਖ ਹੈਗੇ ਨੇ, ਜਿਵੇਂ ਕਿ ਮੌਰੀਆ ਕਾਲ, ਗੁਪਤ ਕਾਲ ਤੇ ਮੁਗਲ ਕਾਲ। ਇਹ ਇੱਥੇ ਸਥਿਤ ਹੈ। ਲੌਰੀਆ ਆਨੰਦਗੜ੍ਹ ਦੇ ਵਿੱਚ ਸਥਿਤ ਹੈ, ਟੋਪਰਾ ਵਿਖੇ ਸਥਿਤ ਹੈ, ਇਲਾਹਾਬਾਦ ਦੇ ਵਿੱਚ ਸਥਿਤ ਹੈ ਅਤੇ ਰਿਮਦਈ ਦੇ ਵਿੱਚ ਸਥਿਤ ਹੈ। ਇੱਕ ਥੰਮ ਹੈ ਜੀ ਜੋ ਕਿ ਇਲਾਹਾਬਾਦ ਦੇ ਵਿੱਚ ਹੈ, ਜਿਸ ਨੂੰ ਪ੍ਰਯਾਗਰਾਜ ਦੇ ਰੂਪ ਦੇ ਵਿੱਚ ਵੀ ਜਾਣਿਆ ਜਾਂਦਾ ਹੈਗਾ। ਇਸ ਸਥਾਨ ਵਿਖੇ ਜਿਹੜਾ ਇਹ ਥੰਮ ਹੈ ਜਿਸ ਨੂੰ ਇਲਾਹਾਬਾਦ ਦਾ ਥੰਮ ਕਿਹਾ ਜਾਂਦਾ ਹੈ। ਇਹਦੇ ਵਿੱਚ 3 ਕਾਲਾਂ ਦੇ ਸਾਨੂੰ ਜਿਹੜੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ, ਮੌਰੀਆ ਕਾਲ, ਗੁਪਤ ਕਾਲ ਅਤੇ ਮੁਗਲ ਕਾਲ। ਤਿੰਨਾਂ ਦੇ ਜਿਹੜੇ ਸਾਨੂੰ ਆਰਟ ਦੇਖਣ ਨੂੰ ਮਿਲਦੇ ਹੈਗੇ ਨੇਗੇ। ਇਹ ਜਿਹੜਾ ਥੰਮ ਹੈ ਇਲਾਹਾਬਾਦ ਦੇ ਥੰਮ ਦੇ ਨਾਲ ਮਸ਼ਹੂਰ ਹੈਗਾ, ਜਿੱਥੇ ਕਿ ਗੁਪਤ ਵੰਸ਼ ਦੇ ਜਿਹੜੇ ਹੈ ਸਮੁੰਦਰ ਗੁਪਤ ਅਤੇ ਮੌਰੀਆ ਵੰਸ਼ ਦੇ
ਅਸ਼ੋਕ ਸ਼ਾਸਕ ਅਤੇ ਮੁਗਲ ਸਮਰਾਟ ਦੇ ਜਹਾਂਗੀਰ ਦੀ ਉਸਤਤ ਕਰਨ ਦੀ ਜਿਹੜੀ ਜਾਣਕਾਰੀ ਆ ਸਾਨੂੰ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ। ਇਸ ਸਥੰਭ ਦਾ ਜਿਹੜਾ ਨਿਰਮਾਤਾ ਰਿਹਾ ਸੀਗਾ ਜੀ ਉਹ ਮੌਰੀਆ ਸਮਰਾਜ ਦਾ ਸ਼ਾਸਕ ਅਸ਼ੋਕ ਜਿਹੜਾ ਹੈਗਾ ਗਾ ਉਹ ਰਿਹਾ ਸੀਗਾ। ਉਸਨੇ ਤੀਸਰੀ ਸਦੀ ਈਸਵੀ ਪੂਰਵ ਦੇ ਵਿੱਚ ਇਸ ਇਲਾਹਾਬਾਦ ਦੇ ਸਤੰਭ ਨੂੰ ਜਿਹੜਾ ਬਣਾਇਆ ਸੀਗਾ। ਇਸ ਤੋਂ ਬਾਅਦ ਇਸਦਾ ਜਿਹੜਾ ਹੈ ਕੁਝ ਹੋਰ ਕੰਸਟਰਕਸ਼ਨ ਕਰਕੇ ਗੁਪਤ ਸਮਰਾਟ ਜਿਹੜਾ ਕਿ ਸਮੁੰਦਰ ਗੁਪਤ ਸੀਗਾ ਉਹਨੇ ਚੌਥੀ ਸਦੀ ਦੇ ਵਿੱਚ ਇਸ ਦੇ ਵਿੱਚ ਹੋਰ ਮੋਡੀਫਿਕੇਸ਼ਨ ਕੀਤੀ ਸੀਗੀ। ਨੈਕਸਟ ਇਸ ਤੋਂ ਬਾਅਦ ਮੁਗਲ ਬਾਦਸ਼ਾਹ ਜਹਾਂਗੀਰ ਆਉਂਦਾ ਹੈ ਜਿਹਨੇ ਕਿ 17ਵੀਂ ਸਦੀ ਦੇ ਵਿੱਚ ਇਸ ਦੇ ਵਿੱਚ ਹੋਰ ਕਾਫੀ ਸਾਰੀਆਂ ਚੀਜ਼ਾਂ ਐਡ ਕਰ ਦਿੱਤੀਆਂ ਸੀਗੀਆਂ, ਜਿਸ ਦੇ ਕਾਰਨ ਕਰਕੇ ਆਪਾਂ ਨੂੰ ਇਹਦੇ ਵਿੱਚ ਕਾਫੀ ਸਾਰੀਆਂ ਸਦੀਆਂ ਤੇ 3 ਪ੍ਰਮੁੱਖ ਰਾਜਿਆਂ ਦੇ ਜਿਹੜੇ ਹੈਗੇ ਅੱਗੇ ਵਰਣਨ ਦੇਖਣ ਨੂੰ ਮਿਲਦਾ ਹੈ, ਅਸ਼ੋਕ, ਸਮੁੰਦਰ ਗੁਪਤ ਤੇ ਜਹਾਂਗੀਰ। ਇੱਕ ਦੇ ਵਿੱਚੋਂ ਤੀਜੀ ਸਦੀ ਈਸਵੀ ਪੂਰਵ ਦੀ ਜਾਣਕਾਰੀ ਮਿਲਦੀ ਹੈ, ਇੱਕ ਦੇ ਵਿੱਚੋਂ ਚੌਥੀ ਸਦੀ ਦੀ ਤੇ ਇੱਕ ਦੇ ਵਿੱਚੋਂ 17ਵੀਂ ਸਦੀ ਦੀ ਸਾਨੂੰ ਜਾਣਕਾਰੀ ਮਿਲਦੀ ਹੈਗੀ ਆ। ਸੋ ਇਹ ਸੀ ਆਪਣਾ ਇਹਦਾ ਸੈਸ਼ਨ। ਉਮੀਦ ਕਰਦਾ ਤੁਹਾਡੇ ਲਈ ਸਾਰਿਆਂ ਲਈ ਹੈਲਪਫੁਲ ਰਿਹਾ ਹੋਊਗਾ। ਸੋ ਕਲਾਸ ਆਪਾਂ ਆਫਲਾਈਨ ਹੀ ਲਗਾ ਰਹੇ ਹਾਂ ਅੱਜ, ਆਨਲਾਈਨ ਨਹੀਂ ਲੱਗ ਪਾਈ ਹੈਗੀ ਕਿ ਨੈਟ ਦੀ ਪ੍ਰੋਬਲਮ ਕਰਕੇ, ਬਟ ਆਪਣੀ ਕਲਾਸ ਜਿਹੜੀ ਉਹ ਕਵਰ ਹੋ ਗਿਆ ਤਾਂ ਕਿ ਤੁਹਾਡਾ ਜਿਹੜਾ ਸਿਲੇਬਸ ਆ ਉਹ ਨਾਲ ਨਾਲ ਚੱਲਦਾ ਰਹੇ। ਓਕੇ, ਥੈਂਕ ਯੂ ਸੋ ਮਚ ਜੀ। ਸੋ ਨੈਕਸਟ ਮਿਲਦੇ ਹਾਂ ਕੱਲ੍ਹ ਅਗਲੀ ਕਲਾਸ ਪੋਲੀਟੀਕਲ ਸਾਇੰਸ ਦੇ ਵਿੱਚ।